ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬਨਾਮਾ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਗੁਰਮਿੰਦਰ ਸਿੰਘ ਸਮਦ ਮੌਜੂਦ ਨੇ। ਖਾਸ ਗੱਲ ਹੈ ਕਿ ਅੱਜ ਪੰਜਾਬ ਦਾ ਬਜਟ ਪੇਸ਼ ਕੀਤਾ ਜਾ ਰਿਹਾ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜੋ ਕੁਝ ਕਹਿ ਰਹੇ ਨੇ, ਉਹਦੇ ਕੁਝ ਮੋٹے ਜਿਹੜੇ ਸਵਾਲ ਖੜੇ ਹੁੰਦੇ ਨੇ, ਉਹਦੇ ਉੱਤੇ ਅਸੀਂ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਸਮਦ ਸਾਹਿਬ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਜੀ, ਨਾਲੋਂ ਨਾਲ ਆਪਾਂ ਸਮਝ ਸਾਹਿਬ ਸੰਗਰੂਰ ਚੋਣ ਦਾ ਜਿਹੜੇ ਨਤੀਜੇ ਆਏ ਨੇ ਉਹਦਾ ਵਿਸ਼ਲੇਸ਼ਣ ਵੀ ਕਰਾਂਗੇ। ਮੈਂ ਸਭ ਤੋਂ ਪਹਿਲਾਂ ਹਰਪਾਲ ਸਿੰਘ ਚੀਮਾ ਹੋਰਾਂ ਦੇ ਬਿਆਨ ਤੋਂ, ਕਿਉਂਕਿ ਬਜਟ ਬਹੁਤ ਜ਼ਰੂਰੀ ਹੈ, ਨਵੀਂ ਸਰਕਾਰ ਹੈ, ਉਮੀਦਾਂ ਬਹੁਤ ਨੇ ਕਿ ਕੋਈ ਨਾ ਕੋਈ ਨਵਾਂ ਟੈਕਸ ਨਾ ਕਿਤੇ ਲਾ ਦੇਣ, ਪਰ ਚਲੋ ਹਾਲੇ ਫਿਲਹਾਲ ਦੀ ਘੜੀ ਤੇ ਰਾਹਤ ਹੈ। ਮੈਂ ਸਵਾਲ ਸ਼ੁਰੂ ਕਰਨਾ ਸੀ। ਚੀਮਾ ਸਾਹਿਬ ਨੇ ਕਿਹਾ ਕਿ 2,63,000 ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਚੜ ਗਿਆ। ਪਿਛਲੇ 50 ਸਾਲਾਂ 'ਚ 44% ਜਿਹੜਾ ਆ ਉਹ ਕਰਜ਼ੇ ਦੇ ਜਿਹੜੀ ਦਰ ਵੱਧਦੀ ਗਈ ਹੈ। ਉਹਦੇ ਨਾਲ ਹੀ ਉਹ ਇਹ ਵੀ ਗੱਲ ਕਹਿੰਦੇ ਨੇ ਕਿ 14-15,000 ਕਰੋੜ ਦਾ ਕਰਜ਼ਾ ਜਿਹੜਾ ਉਹ ਇਸੇ ਸਾਲ ਘਾਟੇ ਦੇ ਵਿੱਚ ਮਤਲਬ ਕਿ ਜਾ ਰਿਹਾ ਆ ਖਜ਼ਾਨਾ। ਇਹ ਆਪਣੇ ਆਪ ਦੇ ਵਿੱਚ ਵੱਡਾ ਆ। ਨਾਲ ਦੀ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਅਸੀਂ ਬਿਜਲੀ ਦੇ 300 ਯੂਨਿਟ ਮੁਫਤ 1 ਜੁਲਾਈ ਤੋਂ ਦੇ ਰਹੇ ਹਾਂ। ਤੇ ਫਿਰ ਸਰਕਾਰ ਖਰਚੇ ਕਿੱਦਾਂ ਪੂਰੇ ਕਰੇਗੀ ਜੇ ਖਰਚਿਆਂ ਨੂੰ ਕੰਟਰੋਲ 'ਚ ਹੀ ਨਾ ਕੀਤਾ? ਸੁਖਵਿੰਦਰ, ਪੰਜਾਬ ਸਰਕਾਰ 100 ਦਿਨ ਪੂਰੇ ਕਰ ਰਹੀ ਆ। 100 ਦਿਨ ਪੂਰੇ ਕਰਨ ਤੋਂ ਬਾਅਦ ਆਪਣਾ ਉਹ ਬਜਟ ਪੇਸ਼ ਕਰ ਰਹੀ ਆ। ਪਰ ਉਹ ਬਜਟ ਪੇਸ਼ ਕਰਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਇੱਕ ਸਬਕ ਦਿੱਤਾ ਕਿ ਜੋ ਤੁਹਾਡੀ ਕਾਰਜਸ਼ੈਲੀ ਹੈ ਉਹ ਸਾਨੂੰ ਮਨਜ਼ੂਰ ਨਹੀਂ ਹੈ। ਕਹਿਣ ਨੂੰ ਚਾਹੇ ਕਹਿ ਦਿਓ ਕਿ ਸੰਗਰੂਰ ਦੇ ਵੋਟਰਾਂ ਨੇ ਉਹ ਐਲਾਨ ਕੀਤਾ ਹੈ, ਪਰ ਉਹ ਪੂਰੇ ਪੰਜਾਬ ਦੀ ਆਵਾਜ਼ ਆ ਜਿਹਦੀ ਤਰਜਮਾਨੀ ਸੰਗਰੂਰ ਵਾਲਿਆਂ ਨੇ ਕੀਤੀ ਹੈ। ਇਹ ਗੱਲ ਬਹੁਤ ਸਾਫ਼ ਸ਼ਬਦਾਂ ਵਿੱਚ ਸਰਕਾਰ ਨੂੰ ਸਮਝ ਲੈਣੀ ਚਾਹੀਦੀ ਹੈ। ਹਰਪਾਲ ਚੀਮਾ ਵਿਧਾਨ ਸਭਾ 'ਚ ਕਹਿ ਰਹੇ ਨੇ ਕਿ ਪਿਛਲੇ 5 ਸਾਲਾਂ ਵਿੱਚ 45% ਕਰਜ਼ਾ ਵਧਿਆ ਹੈਗਾ ਪੰਜਾਬ ਦੇ ਉੱਪਰ। ਮਤਲਬ ਕਿ ਜਿਹੜੀ ਪਿਛਲੀ ਕੈਪਟਨ ਸਰਕਾਰ ਦੇ ਉੱਪਰ ਦੋਸ਼ ਲੱਗ ਰਹੇ ਨੇ ਤਕਨੀਕੀ ਤੌਰ ਦੇ ਉੱਪਰ ਕਿ ਇਹਨਾਂ ਨੇ ਕਰਜ਼ਾ ਬਹੁਤ ਚੱਕਿਆ। ਆਪਾਂ ਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਰਜ਼ਾ ਪਿਛਲੀਆਂ ਸਰਕਾਰਾਂ ਨੇ ਵੀ ਚੱਕਿਆ। ਤੇ ਜਦੋਂ ਦਾ ਇਹ ਕਰਜ਼ੇ ਦੀ ਪੰਡ ਅੱਤਵਾਦ ਤੋਂ ਬਾਅਦ ਦੀ ਪੰਜਾਬ ਦੇ ਉੱਪਰ ਸਿੱਟੀ ਗਈ ਹੈ ਕੇਂਦਰ ਵੱਲੋਂ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਕਾਰਜਸਤਾਨੀ ਸੀ। ਕਿਉਂਕਿ ਜੇਕਰ ਪੰਜਾਬ ਦੇਸ਼ ਦਾ ਹਿੱਸਾ ਤਾਂ ਪੰਜਾਬ ਦੇ ਵਿੱਚ ਉੱਠੀ ਹੋਈ ਕੋਈ ਵੀ ਪ੍ਰੋਬਲਮ ਦੇਸ਼ ਦੀ ਪ੍ਰੋਬਲਮ ਆ। ਤੇ ਜਦੋਂ ਭਾਰਤ ਦੀ ਫੌਜ ਕਿਸੇ ਦੇ ਖਿਲਾਫ ਕੰਮ ਕਰਦੀ ਆ ਜਾਂ ਭਾਰਤ ਦੀਆਂ ਨੀਮ ਫੌਜੀ ਦਸਤੇ ਜਾਂ ਹੋਰ ਵੀ ਸੈਂਟਰਲ ਏਜੰਸੀਜ਼ ਕੰਮ ਕਰਦੀਆਂ ਨੇ, ਉਹਦਾ ਕਿਰਾਇਆ ਜਾਂ ਉਹਦਾ ਭਾੜਾ ਜੇ ਸਟੇਟਾਂ ਚੱਕਣਗੀਆਂ ਤਾਂ ਮੇਰੇ ਹਿਸਾਬ ਨਾਲ ਹਲੇ ਤੱਕ ਇਹ ਬੜਾ ਵੱਡਾ ਸਵਾਲ ਬਣਿਆ ਹੋਇਆ। ਜੋ ਸਾਡਾ ਮੂਲ ਆਧਾਰ ਹੈ, ਜਿੱਥੋਂ ਕਰਜ਼ੇ ਦੀ ਪੰਡ ਖੜੀ ਹੁੰਦੀ ਹੈ, ਸ਼ੁਰੂ ਹੁੰਦੀ ਹੈ, ਉਹਨੂੰ ਐਡਰੈਸ ਕਰਨ ਦੀ ਲੋੜ ਹੈਗੀ ਆ ਕਿ ਕੇਂਦਰ ਕੋਲੇ ਇਸ ਕਰਜ਼ੇ ਨੂੰ ਕਿਸ ਤਰੀਕੇ ਨਾਲ ਮਾਈਨਸ ਕਰਵਾਇਆ ਜਾਵੇ, ਘਟਵਾਇਆ ਜਾਵੇ। ਆਈ ਕਿ ਗੁਜਰਾਲ ਦੇ ਟਾਈਮ ਦੇ ਵਿੱਚ ਇਹ ਕੰਮ ਹੋਏ ਸੀ, ਪਰ ਉਸ ਤੋਂ ਬਾਅਦ ਇਹ ਮਨਮੋਹਨ ਸਿੰਘ ਦੇ ਟਾਈਮ ਉਸ ਪੱਧਰ ਦੇ ਉੱਪਰ ਕੰਮ ਨਹੀਂ ਹੋ ਸਕੇ। ਇਹ ਗੱਲ ਇਸ ਵੇਲੇ ਵਿਚਾਰਦੀ ਨਾ ਕਿ ਇਹ ਸਰਕਾਰ ਬਾਰ-ਬਾਰ ਇਹੀ ਕਹਿ ਰਹੀ ਹੈ ਕਿ ਪਾਰਦਰਸ਼ਤਾ ਵਾਲੀ ਸਰਕਾਰ ਦਿੱਤੀ ਜਾਣੀ ਚਾਹੀਦੀ ਹੈ ਔਰ ਰੂਲ ਆਫ ਲਾਅ ਮਤਲਬ ਕਾਨੂੰਨ ਦਾ ਰਾਜ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਤਾਂ ਕਿ ਸਾਰਾ ਕੁਝ ਸੁਖਾਲਾ ਹੋ ਸਕੇ। ਔਰ ਜਿਹੜੇ ਲੋਕਾਂ ਨੇ ਮਾਈਕਰੋ ਯੂਨਿਟਸ ਨੇ ਜਾਂ ਸਮਾਲ ਮੀਡੀਅਮ ਇੰਡਸਟਰੀ ਹੈਗੀ ਆ, ਉਹਦੇ ਵਿੱਚ ਪੰਜਾਬ ਤੋਂ ਬਾਹਰੋਂ ਪੈਸਾ ਆ ਕੇ ਪੰਜਾਬ ਦੇ ਵਿੱਚ ਇਨਵੈਸਟ ਹੋ ਸਕੇ। ਤੇ ਇਸ ਵੇਲੇ ਜਿਹੜੀਆਂ ਉੱਥੇ 24 ਤੋਂ 25 ਲੱਖ ਨੌਕਰੀਆਂ ਹੈਗੀਆਂ ਨੇ, ਇਹ ਜਿਹੜਾ ਛੋਟੇ ਆਪਣੇ ਕਾਰਖਾਨੇਦਾਰ ਹੈਗੇ ਨੇ, ਉਹਦੇ ਵਿੱਚ ਇਜ਼ਾਫਾ ਹੋ ਕੇ 10 ਲੱਖ ਬੰਦਾ ਹੋਰ ਜਜ਼ਬ ਕੀਤਾ ਜਾ ਸਕੇ ਔਰ ਬਣਦੀਆਂ ਸਰਕਾਰੀ ਨੌਕਰੀਆਂ ਵੀ ਕੱਢੀਆਂ ਜਾ ਸਕਣ। ਪਰ ਉਹਦੇ ਲਈ ਸਰਕਾਰ ਦੀ ਮੁਸਤੈਦੀ ਬਹੁਤ ਜ਼ਰੂਰੀ ਹੈ ਔਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਰਕਾਰ ਉਸ ਲੈਵਲ ਦੇ ਲਈ ਤਿਆਰ ਨਹੀਂ ਹੈਗੀ। ਹਲੇ ਵੀ ਜਿਹੜੇ ਇੱਥੋਂ ਦੇ ਇਹਨਾਂ ਦੇ ਵਿਧਾਇਕ ਨੇ, ਵਿਧਾਨਕਾਰ ਨੇ, ਮੰਤਰੀ ਨੇ, ਉਹ ਆਪਣੇ ਨਾਮ ਕਰਨ ਲਈ ਜਿਸ ਤਰੀਕੇ ਨਾਲ ਧਾਲੀਵਾਲ ਸਾਹਿਬ ਦੀ ਗੱਲ ਕਰ ਲਓ, ਸਾਰੀਆਂ ਜ਼ਮੀਨਾਂ ਛੁਡਵਾ ਰਹੇ ਨੇ, ਸ਼ਾਮਲਾਟਾਂ ਛੁਡਵਾ ਰਹੇ ਨੇ। ਕਿਹੜੀ ਪਾਲਿਸੀ ਦੇ ਤਹਿਤ ਉਹ ਛੁਡਵਾ ਰਹੇ ਨੇ? ਕੀ ਗਵਰਨਮੈਂਟ ਕੋਈ ਲੈਂਡ ਪੂਲ ਕ੍ਰੀਏਟ ਕਰ ਰਹੀ ਆ ਜਾਂ ਕੋਈ ਬਾਹਰੋਂ ਪ੍ਰਪੋਜ਼ਲ ਆਈ ਆ ਕਿ ਅਸੀਂ ਵੱਡੀ ਇਨਵੈਸਟਮੈਂਟ ਕਰਨ ਨੂੰ ਤਿਆਰ ਆ ਜੇ ਸਾਨੂੰ ਐਡਾ ਵੱਡਾ ਲੈਂਡ ਪੂਲ ਦਿੱਤਾ ਜਾ ਸਕੇ? ਪਿੰਡਾਂ ਦੀਆਂ ਤੁਸੀਂ ਸ਼ਾਮਲਾਟਾਂ ਛੁਡਵਾ ਰਹੇ ਹੋ, ਉਹਦਾ ਪੰਜਾਬ ਦੇ ਖਜ਼ਾਨੇ ਨਾਲ ਕੀ ਸੰਬੰਧ ਆ? ਉਹ ਤਾਂ ਪੈਸਾ ਜਿਹੜਾ ਲੱਗਣਾ ਉਸ ਪਿੰਡਾਂ ਦੇ ਉੱਪਰ ਲੱਗਣਾ, ਵਿਕਾਸ ਦੇ ਉੱਪਰ ਲੱਗਣਾ। ਔਰ ਬੇਤਰਤੀਬਾ ਜਦੋਂ ਤੱਕ ਕਿ ਕੋਈ ਪਾਲਿਸੀ ਨਹੀਂ ਹੋਏਗੀ
ਉਹ ਪੈਸੇ ਨੂੰ ਤੁਸੀਂ ਕਿਸ ਤਰੀਕੇ ਨਾਲ ਲਾਓਗੇ, ਔਰ ਉਹਦੇ ਨਾਲ ਜਿਹੜੀ ਰੀਸੈਂਟਮੈਂਟ ਪੈਦਾ ਹੋਈ ਆ ਪੰਜਾਬ ਦੇ ਲੋਕਾਂ 'ਚ, ਇੱਕ ਅਸੁਰੱਖਿਅਤਾ ਦੀ ਭਾਵਨਾ ਪੈਦਾ ਹੋਈ ਆ ਕਿ ਸਰਕਾਰ ਅਸੀਂ ਚੁਣੀ ਆ ਇੱਕ ਗੁੱਸੇ ਦੇ ਤਹਿਤ ਚੁਣੀ ਸੀ ਕਿ ਕਾਂਗਰਸ ਤੇ ਅਕਾਲੀਆਂ ਨੂੰ ਸਬਕ ਸਿਖਾਇਆ ਜਾ ਸਕੇ। ਆਮ ਆਦਮੀ ਪਾਰਟੀ ਨੂੰ ਲਿਆਂਦਾ ਗਿਆ ਤੇ ਆਮ ਆਦਮੀ ਪਾਰਟੀ, ਉਹ ਪੰਜਾਬੀ ਦੀ ਬੋਲੀ ਹੈ ਨਾ ਕਿ ਲੈ ਲੈ ਥਾਣੇਦਾਰੀ, ਆਪਾਂ ਲੋਕਾਂ ਨੂੰ ਕੁੱਟਾਂਗੇ, ਤੇ ਉਹ ਮਤਲਬ ਲੋਕਾਂ ਨੂੰ ਕੁੱਟਣ ਦੀ ਬਜਾਏ ਮਾਂ-ਬਾਪ ਨੂੰ ਹੀ ਕੁੱਟਣ ਲੱਗ ਗਈ, ਕਿਉਂਕਿ ਜਿਹੜੇ ਸਰਕਾਰ ਦੇ ਵੋਟਰ ਨੇ ਉਹ ਮਾਂ-ਬਾਪ ਹੁੰਦੇ ਨੇ ਸਰਕਾਰ ਦੇ ਲਈ, ਕਿਸੇ ਵੀ ਪਾਰਟੀ ਦੇ ਮਾਂ-ਬਾਪ ਉੱਥੋਂ ਦੇ ਵੋਟਰ ਨੇ, ਤੇ ਮਾਂ-ਬਾਪ ਨੂੰ ਕੁੱਟਣ ਲੱਗ ਗਏ ਤੇ ਮਾਂ-ਬਾਪ ਤਾਂ ਦੁਖੀ ਹੋ ਕੇ ਫਿਰ ਕਰਨਗੇ ਕੁਛ ਨਾ ਕੁਛ। ਔਰ ਜੋ ਸੰਗਰੂਰ ਦੇ ਵਿੱਚ ਨਤੀਜੇ ਆਏ ਨੇ ਉਹ ਫਿਰ ਉਹਨਾਂ ਨੇ ਭੁਗਤ ਗਏ। ਕਹਿੰਦੇ ਜੇ ਤੁਹਾਨੂੰ 92 ਸੀਟਾਂ ਅਸੀਂ ਦੇ ਸਕਦੇ ਆ ਤੇ ਫਿਰ ਬੈਠੀਆਂ ਸੀਟਾਂ ਤੋਂ ਲਾਉਣ ਦੀ ਜ਼ਰੂਰਤ ਵੀ ਲੋਕ ਰੱਖਦੇ ਨੇ, ਉਹ ਚਾਹੇ ਸੰਗਰੂਰ ਦੇ ਨੇ ਚਾਹੇ ਉਹ ਅੰਮ੍ਰਿਤਸਰ ਦੇ ਨੇ, ਪਰ ਹੈ ਉਹ ਪੰਜਾਬ ਦੇ ਵੋਟਰ ਨੇ, ਪੰਜਾਬ ਦੇ ਲੋਕ ਨੇ ਜੋ ਆਪਣੇ ਲਈ ਤਲਾਸ਼ ਰਹੇ ਨੇ ਇੱਕ ਸਹੀ ਲੀਡਰਸ਼ਿਪ, ਇੱਕ ਸਹੀ ਜਥੇਦਾਰ, ਇੱਕ ਸਹੀ ਜਿਹੜਾ ਰਾਹ ਦਸੇਂਦਾ ਹੋਏਗਾ ਉਹਨੂੰ ਲੱਭ ਰਹੇ ਨੇ। ਔਰ ਸੰਗਰੂਰ ਦੀ ਹਾਰ ਤੋਂ ਜਾਂ ਸੰਗਰੂਰ ਦੀਆਂ ਚੋਣਾਂ ਤੋਂ ਇਹ ਪਤਾ ਲੱਗ ਰਿਹਾ ਕਿ ਲੋਕਾਂ ਦਾ ਜਿਹੜਾ ਭਰੋਸਾ ਸੀ ਉਹ ਇਹ ਪਾਰਟੀ ਉੱਤੇ ਨਹੀਂ ਰਿਹਾ, ਉਹ ਕਿਸੇ ਹੋਰ ਤਲਾਸ਼ ਵਿੱਚ ਨੇ। ਸੁਖਵਿੰਦਰ ਸਮਝ ਸਾਹਿਬ, ਮੈਂ ਇਹਦੇ ਸੰਗਰੂਰ ਤੇ ਆਪਾਂ ਅਗਲੇ ਸਵਾਲਾਂ ਦੇ ਵਿੱਚ ਮੈਂ ਜ਼ਿਕਰ ਕਰਾਂਗਾ। ਮੇਰਾ ਸਵਾਲ ਫੇਰ ਇਹਦੇ ਤੇ ਬਜਟ ਦੇ ਉੱਤੇ ਹੀ ਹੈ, ਕਿਉਂਕਿ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਜਿਹੜੇ ਟੈਕਸ ਚੋਰੀ ਹੁੰਦੀ ਹੈ ਪਿਛਲੀਆਂ ਸਰਕਾਰਾਂ 'ਚ ਹੋਈ, ਕਹਿੰਦੇ ਜੀਐਸਟੀ ਬਣਨ ਦੇ ਬਾਵਜੂਦ ਵੀ ਜਿਹੜਾ ਟੈਕਸ ਚੋਰੀ ਹੁੰਦਾ ਆ, ਅਸੀਂ ਉਹਦੇ ਤੇ ਲਗਾਮ ਕੱਸਣ ਦੇ ਲਈ ਕੋਈ ਇੰਟੈਲੀਜੈਂਸ ਵਿੰਗ ਖੜਾ ਕਰ ਰਹੇ ਨੇ ਜਿਹੜਾ ਉਸ ਤੇ ਲਗਾਮ ਕੱਸੇਗਾ। ਕੀ ਇਹ ਇੰਨਾ ਕੁ ਮਤਲਬ ਕਿ ਇੰਨਾ ਕੁ ਕਦਮ ਚੁੱਕਣ ਦੇ ਨਾਲ ਟੈਕਸ ਚੋਰੀ ਨੂੰ ਰੋਕਿਆ ਜਾ ਸਕਦਾ, ਕਿਉਂਕਿ ਚੋਰ ਮੋਰੀਆਂ ਬਹੁਤ ਪਈਆਂ ਨੇ। ਇਹ ਤਾਂ ਉਹ ਗੱਲ ਹੋ ਗਈ ਨਾ ਕਿ ਮਤਲਬ ਇੱਕ ਕਾਗਜ਼ ਦੇ ਉੱਪਰ ਲਿਖ ਲਓ ਔਰ ਉਹਨੂੰ ਤੁਸੀਂ ਮੂੰਹ ਵਿੱਚ ਪਾ ਲਓ ਕਿ ਉਹ ਕਾਗਜ਼ ਦੇ ਉੱਪਰ ਲਿਖਿਆ ਹੋਇਆ ਕਿ ਮੈਂ ਰੋਟੀ ਖਾ ਲਈ ਹੈ, ਉਹ ਪਰਚੀ ਫੋਲਡ ਕੀਤੀ ਔਰ ਮੂੰਹ ਵਿੱਚ ਪਾ ਲਈ, ਤੇ ਕੀ ਤੁਹਾਡੀ ਭੁੱਖ ਮਰ ਜਾਏਗੀ? ਨਹੀਂ, ਭੁੱਖ ਨਹੀਂ ਮਰੇਗੀ, ਕਿਉਂਕਿ ਲਿਖਣ ਦੇ ਨਾਲ ਤੇ ਅਮਲ ਦੇ ਵਿੱਚ ਫਰਕ ਹੁੰਦਾ। ਰੋਟੀ ਖਾਵਾਂਗੇ ਜਦੋਂ ਤੱਕ, ਉਦੋਂ ਤੱਕ ਹੀ ਭੁੱਖ ਸਾਡੀ ਖਤਮ ਹੋਏਗੀ। ਇੱਕ ਪਰਚੀ ਤੇ ਲਿਖਣ ਨਾਲ ਇਹ ਬਜਟ ਦਾ ਜਿਹੜਾ ਪੇਸ਼ਕਾਰੀ ਹੋ ਰਹੀ ਆ, ਇਹ ਪਰਚੀਆਂ ਨੇ, ਇਹ ਕਾਗਜ਼, ਮੈਂ ਕਹੂੰਗਾ ਕਾਗਜ਼ ਖੈਰ ਇਸ ਵਾਰ ਤਾਂ ਕਾਗਜ਼ ਰਹਿਤ ਬਜਟ ਪੇਸ਼ ਕੀਤਾ ਗਿਆ। 24-25 ਲੱਖ ਰੁਪਏ ਬਚਾ ਰਹੇ ਨੇ ਉਹਨਾਂ ਨੇ, ਹਾਈਟੈਕ ਬਜਟ ਪੇਸ਼ ਕੀਤਾ ਆਨਲਾਈਨ, ਕੀ ਕਹਿੰਦੇ ਨੇ, ਟੈਬਲੇਟ ਦੇ ਉੱਪਰ। ਸੋ ਉਹ ਟੈਬਲੇਟ ਦੇ ਉੱਪਰ ਲਿਖਣ ਨਾਲ ਪੰਜਾਬ ਦੀ ਜਿਹੜੀ ਦੁੱਖ ਨੇ ਉਹ ਹਰ ਨਹੀਂ ਜਾਣੇ। ਅਸੀਂ 3 ਮਹੀਨਿਆਂ ਵਿੱਚ ਦੇਖ ਚੁੱਕੇ ਹਾਂ ਕਿ ਜਿਹੜਾ ਪੰਜਾਬ ਰਾਜ ਦਾ ਸਰਕਾਰੀ ਤੰਤਰ ਹੈ ਉਹ 100% ਭ੍ਰਿਸ਼ਟਾਚਾਰ ਦੇ ਵਿੱਚ, ਚਲੋ ਮੈਨੂੰ ਕਈ ਮੇਰੇ ਭਰਾ ਭੈਣ ਗੁੱਸਾ ਕਰ ਜਾਣਗੇ, ਉਹ 99% ਭ੍ਰਿਸ਼ਟਾਚਾਰ ਦੇ ਤੰਤਰ ਵਿੱਚ ਲਿਪਤ ਹੈਗਾ। 1% ਲੋਕ ਹਲੇ ਵੀ ਹੈਗੇ ਨੇ ਜਿਹਦੇ ਕਰਕੇ ਸਰਕਾਰਾਂ ਬਣਦੀਆਂ ਟੁੱਟਦੀਆਂ ਚੱਲਦੀਆਂ ਰਹਿੰਦੀਆਂ ਨੇ। ਸੋ ਉਸ ਭ੍ਰਿਸ਼ਟ ਤੰਤਰ ਦੇ ਵਿੱਚ ਤੁਸੀਂ ਕੀ ਟਰਾਂਸਪੇਰੈਂਟ ਬਾਡੀ ਬਣਾਓਗੇ ਜੋ ਟੈਕਸ ਨੂੰ ਭਰਵਾਏਗੀ? ਕੌਣ ਨੇ? ਉਹੀ ਸਰਪੰਚ ਨੇ, ਉਹੀ ਐਮਸੀ ਨੇ, ਉਹੀ ਮੇਅਰ ਨੇ, ਉਹੀ ਮਿਊਨਿਸਪੈਲਿਟੀਆਂ ਵਾਲੇ। ਤੁਸੀਂ ਆ ਨਾਭਾ ਮਿਊਨਿਸਪੈਲਿਟੀ 'ਚ ਦੇਖ ਲਓ, ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਮੈਂ ਕਿ ਉਹ ਬੀਬੀ ਕਿੰਨੇ ਸਾਲ ਵਿਰੋਧੀ ਪਾਰਟੀ 'ਚ ਰਹੀ ਆ ਤੇ ਅੱਜ ਅਚਾਨਕ ਉਹ ਆਮ ਆਦਮੀ ਪਾਰਟੀ ਦੀ ਪ੍ਰਧਾਨ ਬਣ ਗਈ। ਕਿਉਂ? ਇਹੋ ਜਿਹਾ ਕੀ ਸੌਦਾ ਹੋ ਗਿਆ? ਮਤਲਬ ਇਹ ਦੱਸੋ, ਇਹਦੇ ਤੋਂ ਸੌਦੇ ਦੀ ਬੂ ਆਉਂਦੀ ਆ। ਇੱਕ ਰਾਤੋਂ ਰਾਤ ਕੋਈ ਉਹਨੂੰ ਇਲਹਾਮ ਤਾਂ ਹੋ ਨਹੀਂ ਗਿਆ ਕਿ ਰਾਤ ਨੂੰ ਸੁਪਨੇ 'ਚ ਕੋਈ ਉਹ ਸੰਤ ਫਕੀਰ ਆਏ ਤੇ ਉਹਨੂੰ ਕਿਹਾ ਕਿ ਤੂੰ ਆਮ ਆਦਮੀ ਪਾਰਟੀ ਵਿੱਚ ਜਾ ਕੇ ਨਾਭੇ ਦੀ ਸੇਵਾ ਕਰ, ਕਿ ਨਾਭਾ ਸਾਲ ਦੇ ਵਿੱਚ ਸਾਰਾ ਤਬਦੀਲੀ ਹੋ ਜਾਏਗੀ। ਇੱਕ ਮੈਂ ਐਗਜ਼ਾਮਪਲ ਦੇ ਰਿਹਾ। ਸੋ ਮੈਂ ਉਹੀ ਗੱਲ ਕਰ ਰਿਹਾ ਕਿ ਜਦੋਂ ਸਾਡਾ ਤੰਤਰ ਹੀ ਭ੍ਰਿਸ਼ਟ ਆ, ਜਦੋਂ ਸਰਕਾਰ ਨੂੰ ਇਹੀ ਨਹੀਂ ਪਤਾ ਕਿ ਆਈਐਸ ਲੌਬੀ ਤੋਂ ਕੰਮ ਕਿਵੇਂ ਲੈਣਾ, ਆਈਐਸ ਅਫਸਰ ਫੜਿਆ ਉਹਨੂੰ ਕਿਸ ਮਤਲਬ ਗੈਰ ਪੇਸ਼ੇਵਾਰਾਨਾ ਤਰੀਕੇ ਨਾਲ ਹੈਂਡਲ ਕੀਤਾ ਜਾ ਰਿਹਾ। ਆਈਐਸ ਅਫਸਰ ਦੇ ਉੱਪਰ ਜਦੋਂ ਵੀ ਕੋਈ ਕਾਰਵਾਈ ਕਰਨੀ ਹੁੰਦੀ ਆ ਤਾਂ ਹੋਮ ਮਿਨਿਸਟਰੀ ਤੋਂ ਵੀ ਇਜਾਜ਼ਤਾਂ ਲੈਣੀਆਂ ਹੁੰਦੀਆਂ ਨੇ, ਹੋਰ ਬੜੀ ਕਾਰਜਸ਼ੈਲੀ ਹੁੰਦੀ ਆ। ਪਰ ਇਹਨਾਂ ਨੇ ਜਿਸ ਤਰੀਕੇ ਨਾਲ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਉਹ ਮਤਲਬ ਸਾਰਾ ਕੰਮ ਕੀਤਾ, ਔਰ ਕੀ ਹੋਇਆ? ਉਹਦੇ ਜਵਾਨ ਮੁੰਡੇ ਦੀ ਜਾਨ ਜਾਂਦੀ ਰਹੀ, ਜਵਾਨ ਮੁੰਡੇ ਦੀ ਜਾਨ ਜਾਂਦੀ ਰਹੀ। ਇੱਕ ਘਰ ਦੇ ਵਿੱਚ ਵਿਰਲਾਪ ਹੋ ਗਿਆ ਔਰ ਬਾਕੀ ਆਈਐਸ ਲੌਬੀ ਨੂੰ ਪੂਰੇ ਦਾ ਪੂਰਾ ਮੈਸੇਜ ਚਲਿਆ ਗਿਆ ਕਿ ਸਰਕਾਰ ਕਿਸ ਤਰੀਕੇ ਨਾਲ ਲੜਾਈ ਲੜ ਰਹੀ ਆ ਭ੍ਰਿਸ਼ਟਾਚਾਰ ਦੇ ਖਿਲਾਫ। ਉਹਨੂੰ ਨਹੀਂ ਪਤਾ, ਉਹਨੂੰ ਤਜਰਬਾ ਨਹੀਂ ਹੈਗਾ। ਔਰ ਗੈਰ ਤਜਰਬੇਕਾਰ ਲੋਕ ਜਦੋਂ ਵੱਡੇ ਸੱਬਲ ਨੂੰ ਹੱਥ ਪਾ ਲੈਂਦੇ ਨੇ
ਤਾਂ ਉਹ ਟੋਆ ਨਹੀਂ ਪੁੱਟਦੇ, ਉਹ ਸੱਪਲ ਉਹਨਾਂ ਦੇ ਆਪਦੇ ਪੈਰ 'ਚ ਹੀ ਲੱਗਦਾ ਹੁੰਦਾ। ਤੇ ਉਹ ਹਾਲਾਤ ਦੇਖ ਲਏ, ਆਈਐਸ ਲੌਬੀ ਆ ਜਿਹੜੀ, ਉਹ ਪੈਰ ਨੇ ਸਾਡੇ, ਔਰ ਉਹਦਾ ਮੁੰਡਾ ਜਿਹੜਾ ਮਰਿਆ ਹੈਗਾ ਕਾਰਤਿਕ ਪੋਪਲੀ, ਉਹ ਪੈਰ ਵਿੱਚ ਸੱਬਲ ਮਾਰੀ ਆ ਆਪਦੇ ਪੰਜਾਬ ਸਰਕਾਰ ਨੇ। ਸੋ ਜਦੋਂ ਤੁਹਾਡੇ ਕੋਲੇ ਪ੍ਰੋਪਰ ਗਾਈਡ ਮਤਲਬ ਉਹ ਹੈ ਨਹੀਂ ਗੇ, ਪੰਜਾਬ ਸਰਕਾਰ ਇਸ ਵੇਲੇ ਜਿਵੇਂ ਉਹ ਕਹਿੰਦੇ ਹੁੰਦੇ ਨੇ ਇੱਕ ਅਨਗਾਈਡਡ ਮਿਜ਼ਾਈਲ ਆ, ਜਿਹਨੂੰ ਇਹ ਪਤਾ ਨਹੀਂ ਜਾ ਕੇ ਕਿੱਥੇ ਵੱਜੂਗੀ। ਵੱਡੇ ਵੱਡੇ ਕੰਮ ਕਰਨਾ ਚਾਹ ਰਹੇ ਨੇ ਪਰ ਪਤਾ ਹੈ ਨਹੀਂ ਕਿ ਕਿਵੇਂ ਕਰਨੇ ਨੇ। ਔਰ ਸਭ ਤੋਂ ਵੱਡੀ ਗੱਲ, ਗਲਬਾ ਉੱਪਰੋਂ ਦਿੱਲੀ ਤੋਂ ਆ ਕਿ ਦਿੱਲੀ ਮਾਡਲ ਲਾਗੂ ਕਰੋ, ਮੁਹੱਲਾ ਕਲੀਨਿਕ ਚਲਾਓ। ਇਹਨਾਂ ਨੂੰ ਪੁੱਛਣ ਵਾਲਾ ਹੋਵੇ, ਹਰ ਪਿੰਡ ਦੇ ਵਿੱਚ ਇੱਕ ਡਿਸਪੈਂਸਰੀ ਦੀ ਇਮਾਰਤ ਬਣੀ ਹੋਈ ਆ, ਉੱਥੇ ਬੰਦੇ, ਤੁਸੀਂ ਮੁਹੱਲਾ ਕਲੀਨਿਕ 'ਚ ਵੀ ਤਾਂ ਡਾਕਟਰ ਹੀ ਭਰਤੀ ਕਰਨੇ ਨੇ। 70% ਪੰਜਾਬ ਦਾ ਪਿੰਡਾਂ 'ਚ ਰਹਿੰਦਾ, ਤੁਸੀਂ ਸ਼ਹਿਰਾਂ ਦੇ ਮੁਹੱਲਿਆਂ ਵਿੱਚ ਕਲੀਨਿਕ ਖੋਲ ਦੋਗੇ, ਜਿਹੜਾ 70% ਪੰਜਾਬ ਪਿੰਡਾਂ 'ਚ ਰਹਿੰਦਾ ਉਹਨੂੰ ਕੌਣ ਦੇਖੂਗਾ ਜਾ ਕੇ? ਉੱਥੇ ਬਿਲਡਿੰਗਸ ਬਣੀਆਂ ਹੋਈਆਂ ਨੇ, ਤੁਸੀਂ ਡਾਕਟਰ ਲਾਓ, ਦਵਾਈਆਂ ਦਿਓ, ਲੋਕ ਤਾਂ ਚਾਹੁੰਦੇ ਨੇ ਕਿ ਕੰਮ ਹੋਵੇ, ਪਰ ਪ੍ਰੋਪਰ ਇਹ ਆ ਕਿ ਉਹਦੇ ਲਈ ਪੈਸਾ ਚਾਹੀਦਾ, ਨਿਯੁਕਤੀਆਂ ਚਾਹੀਦੀਆਂ। ਸਰਕਾਰ ਕੋਲ ਖਜ਼ਾਨੇ 'ਚ ਪੈਸਾ ਹੈ ਨਹੀਂ। ਐਂਡ ਆਫ ਦਾ ਡੇ ਆ ਕੇ ਸੁਖਵਿੰਦਰ ਇਹੀ ਕੰਮ ਮੁੱਕਣਾ ਕਿ ਇਹਨਾਂ ਨੇ ਬਜਟ ਦੇ ਵਿੱਚ ਫਿਗਰਸ ਦੇਈ ਜਾਣੀਆਂ ਨੇ ਕਿ ਇੰਨੇ ਘਾਟੇ ਵਾਲਾ ਬਜਟ ਆ ਜੀ, ਇੰਨੇ ਵਾਧੇ ਅਸੀਂ ਕਰਾਂਗੇ, ਆਹ ਕਰਾਂਗੇ। ਪਰ ਗੱਲ ਉਹੀ ਆ, ਮੁੱਕਦੀ ਗੱਲ ਕਿ ਸਾਨੂੰ ਇਹ ਸਰਕਾਰ ਦੇ ਉੱਪਰ ਠੀਕ ਹੈ ਕਿ ਸਰਕਾਰ ਪੰਜਾਬ ਦੇ ਵਿੱਚ ਬਣ ਗਈ ਹੈ, ਬਦਲਾਵ ਨਹੀਂ, ਇਹਨੂੰ ਵੀ ਭੁਗਤਣਾ ਪੈਣਾ, ਪਰ ਇਸ ਨੂੰ ਆਪਣੀ ਕੰਮਾਂ ਦੇ ਨਾਲ ਲੋਕਾਂ ਦਾ ਭਰੋਸਾ ਦੁਬਾਰੇ ਜਿੱਤਣ ਵਿੱਚ ਸਮਾਂ ਲੱਗੇਗਾ। ਔਰ ਇਹਨੂੰ ਬਹੁਤ ਮੁਸਤੈਦੀ ਨਾਲ, ਬਹੁਤ ਪੇਸ਼ੇਵਾਰਾਨਾ ਤਰੀਕੇ ਨਾਲ ਜੋ ਬਜਟ ਬਣਾਇਆ, ਜੋ ਪੇਸ਼ ਕੀਤਾ, ਉਹਨੂੰ ਇਨ ਬਿਨ ਲਾਗੂ ਕਰਨ ਦੇ ਵਿੱਚ ਬਹੁਤ ਸੰਜੀਦਗੀ ਦਿਖਾਉਣੀ ਪਏਗੀ। ਇਹ ਕੱਲਾ ਗੱਲਾਂ ਹੱਕਣ ਦੇ ਨਾਲ ਗੱਲ ਬਣਨੀ ਨਹੀਂ ਸੁਖਵਿੰਦਰ ਜੀ। ਸਮਝ ਸਾਹਿਬ, ਇੱਕ ਹੋਰ ਗੱਲ, ਬ੍ਰੇਨ ਡਰੇਨ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਉਹ ਰੋਕਣਾ ਹੈ, ਨੌਜਵਾਨਾਂ ਨੂੰ ਰੋਜ਼ਗਾਰ ਤੇ ਲਾਉਣਾ ਹੈ, ਰੋਜ਼ਗਾਰ ਪੈਦਾ ਕਰਨਾ। ਇੱਥੇ ਹਜ਼ਾਰਾਂ ਦੇ ਵਿੱਚ ਨੌਕਰੀਆਂ ਕੱਢ ਰਹੇ ਨੇ, ਪਰ ਗੱਲ ਤਾਂ ਇੱਥੇ ਇਹ ਹੈ ਕਿ ਲੱਖਾਂ ਬੇਰੁਜ਼ਗਾਰ ਤੁਰੇ ਫਿਰਦੇ ਨੇ, ਜਿਨ੍ਹਾਂ ਨੂੰ ਉਮੀਦ ਸੀ ਕਿ ਬਦਲਾਅ ਆਇਆ ਸਾਨੂੰ, ਉਹ ਅੱਜ ਵੀ 100 ਦਿਨ ਪੂਰੇ ਹੋਣ ਤੇ ਵੀ ਇੰਤਜ਼ਾਰ ਕਰਦੇ ਨੇ ਕਿ ਸ਼ਾਇਦ ਸਰਕਾਰ ਸਾਡੀ ਸੁਣ ਲੇ। ਕਈ ਇਹੋ ਜਿਹੇ ਵੀ ਨੇ ਜਿਹੜੇ ਉਡੀਕ ਕਰਦੇ ਕਰਦੇ ਬਾਹਰਲੇ ਮੁਲਕਾਂ 'ਚ ਲੰਘ ਗਏ, ਕਈ ਤਿਆਰੀ ਕਰ ਰਹੇ ਨੇ, ਤੇ ਫਿਰ ਜੇ ਨਹੀਂ ਤੇ ਫਿਰ ਬਾਹਰ ਜਾਵਾਂਗੇ ਤੇ ਉੱਥੇ ਜਾ ਕੇ ਅਸੀਂ ਆਪਣਾ ਭਵਿੱਖ ਬਣਾਵਾਂਗੇ। ਸਰਕਾਰ ਬੇਰੁਜ਼ਗਾਰੀ ਨੂੰ ਦੂਰ ਕਰਨ ਦੀ ਗੱਲ ਤਾਂ ਕਰਦੀ ਆ, ਪਰ ਸਰਕਾਰੀ ਨੌਕਰੀਆਂ ਵੀ ਨਹੀਂ ਇੰਨੀਆਂ ਦੇ ਸਕਦੀ, ਫਿਰ ਪ੍ਰਾਈਵੇਟ ਰੋਜ਼ਗਾਰ ਕਿੱਥੋਂ ਦੇ ਸਕਦੀ ਹੈ? ਇਹ ਵੀ ਬੜੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਪ੍ਰਾਈਵੇਟ ਰੋਜ਼ਗਾਰ ਕਿਸ ਤਰ੍ਹਾਂ ਦਾ ਪੈਦਾ ਕਰੋਗੇ ਤੁਸੀਂ? ਉਹ ਜਿਹੜਾ ਅੱਜ ਕੱਲ ਚੱਲਦਾ ਜਿਹਦੇ ਵਿੱਚ ਸ਼ੋਸ਼ਣ ਹੁੰਦਾ, 12,000 14,000 ਕਹਿ ਕੇ ਕਿਸੇ ਨੂੰ 5-4,000 ਤੇ ਰੱਖ ਲਿਆ ਜਾਂਦਾ, ਫਿਰ ਤਨਖਾਹ ਉਹਦੇ ਵਿੱਚੋਂ ਫਿਰ ਕੱਟ ਲਈ ਜਾਂਦੀ ਹੈ ਵਾਪਸ ਪਾ ਕੇ। ਸੁਖਵਿੰਦਰ, ਇਹ ਨਾ ਬੜਾ ਇੰਪੋਰਟੈਂਟ ਸਵਾਲ ਹੈ ਪੰਜਾਬ ਦੀ ਇਕਨੋਮੀ ਨੂੰ ਲੈ ਕੇ, ਪੰਜਾਬ ਦੇ ਸਮਾਜੀਕਰਨ ਨੂੰ ਲੈ ਕੇ, ਪੰਜਾਬ ਦੇ ਡੁੱਬਦੇ ਸੱਭਿਆਚਾਰ ਨੂੰ। ਇਹ ਸਾਰਾ ਕੁਝ ਇਸ ਸਵਾਲ ਦੇ ਨਾਲ ਜੁੜਿਆ ਹੋਇਆ। ਦੇਖੋ, ਦੋ ਤਿੰਨ ਚੀਜ਼ਾਂ ਇੰਪੋਰਟੈਂਟ ਨੇ। ਇੱਕ ਤਾਂ ਇਹ ਸਮਝੋ ਕਿ ਸਾਡਾ ਜਿਹੜਾ ਪੰਜਾਬ ਰਾਜ ਹੈਗਾ, ਸੂਬਾ ਹੈਗਾ, ਉਹ ਪਾਕਿਸਤਾਨ ਨਾਲ ਲੱਗਿਆ ਹੋਇਆ। ਤੁਸੀਂ ਕਹੋ ਵੀ ਇੱਥੇ ਸੁਪਰ ਹੈਵੀ ਇੰਡਸਟਰੀ ਆ ਜਾਏ, ਉਹ ਨਾ ਆਈ ਆ ਨਾ ਆਉਣੀ ਆ। ਇੱਥੇ ਜਦੋਂ ਵੀ ਆਏਗੀ ਮਾਈਕਰੋ, ਮੀਡੀਅਮ ਤੇ ਸਮਾਲ ਇੰਡਸਟਰੀ ਹੀ ਆਏਗੀ। ਉਹਦੇ ਤੇ ਹੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਕੰਮ ਸਰਕਾਰ ਨੂੰ ਕਰਨਾ ਪੈਣਾ। ਪਿਛਲੀ ਸਰਕਾਰ ਜਦੋਂ 2017 ਵਿੱਚ ਸ਼ੁਰੂ ਹੋਈ ਸੀ, ਕੇਂਦਰ ਸਰਕਾਰ ਵੱਲੋਂ ਇੱਕ ਪ੍ਰਪੋਜ਼ਲ ਆਈ ਸੀ ਕਿ ਉਹ 1000 ਕਰੋੜ ਰੁਪਈਆ ਦੀ ਲਾਗਤ ਨਾਲ ਪੰਜਾਬ ਦੇ ਸੂਬੇ ਨੂੰ ਹੈਲਪ ਕਰਨਗੇ ਕਿ ਤੁਸੀਂ ਆਇਡੈਂਟੀਫਾਈ ਕਰੋ ਕਿ ਤੁਹਾਨੂੰ ਕਿਹੜੀ ਸਕਿੱਲ ਦੀ ਲੋੜ ਹੈਗੀ ਆ, ਜਾਂ ਲੋਕਲ ਇੰਡਸਟਰੀ ਨੂੰ ਕਿਹੜੀ ਸਕਿੱਲ ਦੀ ਲੋੜ ਆ। ਉਹ ਸਕਿੱਲ ਡਿਵੈਲਪ ਕਰਕੇ ਤੁਸੀਂ ਰੁਜ਼ਗਾਰ ਦੇ ਮਤਲਬ ਜਿਹੜੇ ਵਸੀਲੇ ਨੇ ਉਹ ਹੋਰ ਵੱਡੇ ਕਰੋ। ਉਹ ਜਿਹੜਾ ਰੁਜ਼ਗਾਰ ਸੀਗਾ ITI ਦੇ ਥਰੂ ਆਉਣਾ ਸੀ। ਲੋਕਲ ਇੰਡਸਟਰੀ ਦੇ ਵਿੱਚ ਬੱਚਾ 6 ਮਹੀਨੇ ਜਾਂ 1 ਸਾਲ ਲਾਏਗਾ, ਲੇਕਿਨ ਉਹਨੂੰ ਪੈਸੇ ਕੇਂਦਰ ਸਰਕਾਰ ਵੱਲੋਂ ਆਏ ਹੋਏ ਪੈਸੇ ਸਟਾਈਫਨ ਮਿਲਣਾ ਸੀ 6 ਤੋਂ 8,000 ਰੁਪਈਆ। ਔਰ ਫਿਰ ਉਹੀ ਸਾਲ ਦੀ ਟ੍ਰੇਨਿੰਗ ਤੋਂ ਬਾਅਦ ਬੱਚੇ ਨੇ ਉਸੇ ਇੰਡਸਟਰੀ ਵਿੱਚ ਮਰਜ ਹੋ ਜਾਣਾ ਸੀ। ਉਹਨੂੰ 12 13 14 15,000 ਦੇ ਉੱਪਰ ਉਸ ਕੰਪਨੀ ਵਿੱਚ ਤਨਖਾਹ ਲੱਗ ਜਾਣੀ ਸੀ। ਉਹ ਇੱਕ ਵੱਡਾ ਸਿਲਸਿਲਾ ਸੀ, ਔਰ ਇਸ ਸਿਲਸਿਲੇ ਦੇ ਵਿੱਚ ਹਰ ਸਾਲ 4 ਤੋਂ 5 ਲੱਖ ਬੰਦੇ ਨੇ ਸੈਟਲ ਹੋਣਾ ਸੀ। ਮਤਲਬ ਜੇ 4 ਲੱਖ ਬੰਦਾ ਸੈਟਲ ਹੋ ਜਾਂਦਾ ਤਾਂ 10 ਤੋਂ 15 ਲੱਖ ਆਪਾਂ ਘੱਟੋ ਘੱਟ ਲੈ ਸਕਦੇ ਆ ਕਿ ਜਿਹੜੀ ਸਾਡੀ ਜਮਾਤ ਹੈਗੀ ਆ, ਜਿਹੜੇ 10 ਪਾਸ ਨੇ, ਉਹ ਹੁਣ 50,000 ਵਾਲੀ ਨੌਕਰੀ ਤਾਂ ਕਰਨਗੇ ਨਹੀਂ, ਜਿਹੜੇ ਉਹ ITI ਤੋਂ ਬਾਅਦ ਲੇਬਰ ਹੀ ਕਰਨਗੇ ਨਾ। ਤੇ ਉਹਨਾਂ ਦੇ ਲਈ ਉਹ ਨੌਕਰੀਆਂ ਤਿਆਰ ਸੀ। ਔਰ ਸਭ ਤੋਂ ਜ਼ਿਆਦਾ ਰੀਸੈਂਟਮੈਂਟ ਜਿਹੜੀ ਸਾਡੇ ਲੋਕਾਂ ਵਿੱਚ ਹੈਗੀ ਆ, ਉਹ ਹੇਠਲੇ ਤਬਕੇ 'ਚ ਹੈਗੀ ਆ, BPL ਤੋਂ ਬਿਲਕੁਲ ਉੱਪਰ ਬੈਠੇ ਤਬਕੇ ਵਿੱਚ ਹੈਗੀ ਆ, ਕਿਉਂਕਿ ਉਹਨਾਂ ਕੋਲੇ ਕਮਾਈ ਦਾ ਕੋਈ ਵਸੀਲਾ ਨਹੀਂ।
ਔਰ ਉਹਨਾਂ ਦੀ ਕਮਾਈ ਦਾ ਵਸੀਲਾ ਜੇ ਇੱਕ ਘਰ ਵਿੱਚ 15,000 ਰੁਪਏ ਵੀ ਜਾ ਰਹੇ ਨੇ ਮਹੀਨੇ ਦੇ, ਜਾਂ 10,000 ਤੋਂ 15,000 ਵੀ ਜਾ ਰਹੇ ਨੇ, ਉਹ ਘਰ ਦੇ ਲਈ ਬਹੁਤ ਜ਼ਿਆਦਾ ਵੱਡੀ ਗੱਲ ਹੈ। ਕਿਉਂਕਿ ਉਹਦੇ ਘਰ ਦਾ ਇੱਕ ਬੰਦਾ ਹੋ ਸਕਦਾ ਨਰੇਗਾ ਦੇ ਵਿੱਚ ਵੀ ਜੁੜਿਆ ਹੋਵੇ ਜਾਂ ਹੋਰ ਵੀ ਕਿਤੇ ਲੇਬਰ ਕਰਦਾ ਹੋਵੇ। ਸੋ 15-20 ਹਜ਼ਾਰ ਰੁਪਇਆ ਇੱਕ ਘਰ ਦੇ ਵਿੱਚ ਜਾਣਾ, ਉਹ ਵੀ ਸਾਡੀ ਉਹਦੇ ਨਾਲ ਕੀ ਸੀ, ITI ਸਕਿੱਲ ਡਿਵੈਲਪਮੈਂਟ ਵੀ ਸਾਡੀ ਮਜ਼ਬੂਤ ਹੋ ਰਹੀ ਸੀ, ਸਾਡੀ ਇੰਡਸਟਰੀ ਨੂੰ ਬਣਦਾ ਜੋ ਆਪਣਾ ਸਕਿੱਲਡ ਲੇਬਰ ਸੀ ਉਹ ਵੀ ਮਿਲ ਰਹੀ ਸੀ। ਸੋ ਉਹ ਇੱਕ ਬੜਾ ਵੱਡਾ ਫੈਕਟਰ ਸੀ ਜੋ ਚੰਨੀ ਸਾਹਿਬ ਦੇ ਆਉਣ ਦੇ ਨਾਲ ਮੰਤਰੀ ਬਣੇ, ਉਹ ਬੰਦ ਕਰਤਾ ਇਹਨਾਂ ਨੇ। ਉਹ 6 ਮਹੀਨੇ ਕੰਮ ਕਰ ਸਕੇ ਔਰ ਉਹ ਮਾਡਲ ਜਿੰਨੀ ਕੁ ਦੇਰ ਵੀ ਕੰਮ ਕੀਤਾ ਉਹਨੇ ਬਹੁਤ ਕਾਮਯਾਬ ਰਿਹਾ। ਔਰ ਜਿਹੜਾ ਪੈਸਾ ਵਰਤਿਆ ਗਿਆ, ਬਾਕੀ ਪੈਸਾ ਉਹਨਾਂ ਨੇ ਵਾਪਸ ਕਰਤਾ। ਪਹਿਲੀ ਕਿਸ਼ਤ ਜਿਹੜੀ ਆਈ ਸੀ ਉਹ 250 ਕਰੋੜ ਦੀ ਆਈ ਸੀ, 5 ਸਾਲਾਂ 'ਚ 1000 ਕਰੋੜ ਰੁਪਇਆ ਆਉਣਾ ਸੀ। ਸੋ ਪੰਜਾਬ ਦੀ ਪਿਛਲੀ ਸਰਕਾਰ ਨੇ ਇਹ ਇੱਕ ਬੜਾ ਵੱਡਾ ਮਾੜਾ ਕੰਮ ਕੀਤਾ ਸੀ ਕਿ ਉਹ ਸਾਡੀਆਂ ਕਿੰਨੀਆਂ ਨੌਕਰੀਆਂ ਲੱਖਾਂ ਵਿੱਚ ਲੱਗਦੀਆਂ ਸੀ। ਹੁਣ ਕੇਂਦਰ ਸਰਕਾਰ ਨੂੰ, ਆਪਣੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜੇ ਤੁਸੀਂ ਸਕਿੱਲ ਡਿਵੈਲਪਮੈਂਟ ਦੇ ਉੱਪਰ ਕੰਮ ਕਰਨਾ ਤਾਂ ਸਕਿੱਲ ਡਿਵੈਲਪਮੈਂਟ ਦੇ ਉੱਪਰ ਸਾਡੇ ਕੋਲੇ 125 150 ਤਾਂ ITI ਆ ਸਰਕਾਰੀ, ਤੇ ਇਸ ਤੋਂ ਦੁੱਗਣਾ ਪ੍ਰਾਈਵੇਟ ITI ਆ। ਪਰ ਸਾਰਿਆਂ ਦੇ ਵਿੱਚ ਭ੍ਰਿਸ਼ਟਾਚਾਰ ਦਾ ਸਿਰੇ ਤੱਕ ਬੋਲਬਾਲਾ। ਮੈਂ ਕਹਿੰਦਾ ਵੀ ਉੱਪਰ ਤੱਕ ਜਿਹੜੇ ਡਾਇਰੈਕਟਰ ਤੱਕ ਬੈਠੇ ਨੇ ਜਾਂ ਪ੍ਰਿੰਸੀਪਲ ਸੈਕਟਰੀ ਤੱਕ ਬੈਠੇ ਨੇ ਇਹਨਾਂ ਦੇ, ਉੱਥੋਂ ਤੱਕ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ। ਤੁਸੀਂ ਕੀ ਸੁਧਾਰ ਲਾਓਗੇ? ਕੱਖ ਨਹੀਂ ਸੁਧਾਰ ਸਕਦੇ। ਪਰ ਇਹ ਮੰਤਰਾਲਾ ਭਗਵੰਤ ਮਾਨ ਦੇ ਆਪਣੇ ਕੋਲੇ ਆ। ਇਹ ਮੰਤਰਾਲਾ ਸਿੱਧੇ ਦਾ ਸਿੱਧਾ ਇੰਨੀਆਂ ਨੌਕਰੀਆਂ ਪੈਦਾ ਕਰ ਸਕਦਾ ਕਿ ਪੰਜਾਬ ਦੇ ਵਿੱਚ ਜੋ ਸਭ ਤੋਂ ਵੱਧ ਬੇਰੁਜ਼ਗਾਰੀ ਵਾਲੇ ਨਾਅਰੇ ਗੂੰਜਦੇ ਨੇ ਉਹ ਇਸ ਮੰਤਰਾਲੇ ਨਾਲ ਖਤਮ ਹੋ ਸਕਦੇ ਨੇ। ਉਸ ਤੋਂ ਬਾਅਦ ਰਹਿ ਗਈ ਜਿਹੜੀ ਤੁਹਾਡੀਆਂ ਵੱਡੀਆਂ ਨੌਕਰੀਆਂ ਇੰਜੀਨੀਅਰਿੰਗ ਸਾਈਡ ਤੇ, ਉਹਦੇ ਤੇ ਸਾਡੇ ਕੋਲੇ ਬਹੁਤ ਵੱਡੀ ਜਗ੍ਹਾ ਹੈਗੀ ਆ ਕਿ ਅਸੀਂ IT ਸੈਕਟਰ ਨੂੰ ਲਿਆ ਕੇ ਲਾਗੂ ਕਰ ਸਕਦੇ ਹਾਂ। IT ਸੈਕਟਰ ਜੋ ਵੱਡੇ ਸ਼ਹਿਰਾਂ ਵਿੱਚ, ਮੋਹਾਲੀ ਦੇ ਵਿੱਚ ਬੜਾ ਵੱਡਾ ਸੈਕਟਰ ਬਣਿਆ ਸੀ, ਚੰਡੀਗੜ੍ਹ ਦੇ ਵਿੱਚ ਰਾਜੀਵ ਗਾਂਧੀ IT ਸਿਟੀ ਬਣਿਆ ਸੀ, ਉਹਨੂੰ ਅਸੀਂ ਜਿੰਨੀ ਵੀ ਸਾਡੀ ਨੀਮ ਪਹਾੜੀ ਬੈਲਟ ਹੈਗੀ ਆ ਉਹਦੇ ਵਿੱਚ ਐਕਸਪੈਂਡ ਕਰ ਸਕਦੇ ਆ। ਔਰ ਉਹਦੇ ਵਿੱਚ ਉਹ ਧੂਆਂ ਰਹਿਤ ਹੈ, ਉਹ ਵਾਈਟ ਕਾਲਰ ਜੌਬ ਨੇ, ਔਰ ਉਹਦੇ ਨਾਲ ਸਾਡੇ ਜਿੰਨੇ ਵੀ ਕਾਲਜਸ ਹੈਗੇ ਨੇ, ਜਿਹੜੇ ਸੈਂਕੜੇ ਦੀ ਤਾਦਾਦ ਵਿੱਚ IT ਕਾਲਜਸ ਖੁੱਲੇ ਨੇ, ਜਦੋਂ ਪੰਜਾਬ ਦੇ ਵਿੱਚ ਹੀ ਰੁਜ਼ਗਾਰ ਹੋਵੇਗਾ ਤਾਂ ਉਹਨਾਂ ਵਿੱਚ ਦਾਖਲੇ ਵੀ ਹੋਣਗੇ ਤੇ ਉਹਨਾਂ ਵਿੱਚ ਟੀਚਰਾਂ ਦੇ ਰੁਜ਼ਗਾਰ ਵੀ ਪੈਦਾ ਹੋਣਗੇ। ਇੱਕ ਐਸਾ ਰੁਜ਼ਗਾਰ ਹੈ ਇਹ IT ਦਾ ਜੋ ਪੰਜਾਬ ਦੇ ਵਿੱਚ ਕਾਲਜਾਂ ਦਾ ਰੁਜ਼ਗਾਰ ਵੀ ਖੜਾ ਕਰਦਾ ਔਰ ਕਾਲਜਾਂ ਦੇ ਨਾਲ ਜੁੜੇ ਹੋਏ ਇਨਡਾਇਰੈਕਟਲੀ ਰੁਜ਼ਗਾਰ ਵੀ ਖੜਾ ਕਰਦਾ। ਪਰ ਪੰਜਾਬ ਸਰਕਾਰ, ਮੈਂ ਕਹਿੰਦਾ ਸਿੰਸੀਅਰਲੀ ਕੋਈ ਫੈਸਲਾ ਲਵੇ ਤਾਂ ਇੱਧਰ ਦੇਖੇ। ਪਰ ਸਭ ਤੋਂ ਪਹਿਲਾਂ ਉਹੀ ਗੱਲ ਆ ਕਿ ਭ੍ਰਿਸ਼ਟਾਚਾਰ ਦੇ ਉੱਪਰ ਨੱਥ ਪਾਉਣਾ ਜਦੋਂ ਤੱਕ ਇਸ ਸਰਕਾਰ ਨੂੰ ਨਹੀਂ ਆਉਂਦਾ, ਇਹਨਾਂ ਦੇ ਬਣਾਏ ਹੋਏ, ਇਹਨਾਂ ਦੇ ਕੀਤੇ ਹੋਏ ਸਾਰੇ ਫੈਸਲੇ ਕਾਗਜ਼ੀ ਸਾਬਤ ਹੋਣਗੇ। ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਕਹਿੰਦੇ ਸੀ ਕਿ ਅਸੀਂ ਸੰਗਰੂਰ ਦੀ ਸੀਟ ਪਹਿਲਾਂ ਵਾਲੇ ਮਾਰਜਨ ਤੋਂ ਡਬਲ ਕਰਕੇ ਜਿੱਤਾਂਗੇ। ਸੁਖਵਿੰਦਰ ਜੀ, ਮੈਂ ਹੁਣ ਸੰਗਰੂਰ ਵਾਲੀ ਸੀਟ ਤੇ ਹੋਣਾ, ਤੁਸੀਂ ਸਮਝ ਸਾਹਿਬ ਇਹਨੂੰ ਕਿੱਦਾਂ ਦੇਖਦੇ ਹੋ? ਕਿਉਂਕਿ ਤੁਹਾਡਾ ਤਾਂ ਉਹ ਏਰੀਆ ਵੀ ਰਿਹਾ, ਤੁਸੀਂ ਉੱਥੇ ਜਾ ਕੇ ਲੋਕਾਂ ਦੇ ਵਿੱਚ ਵਿਚਰੇ ਵੀ ਹੋ। ਸੰਗਰੂਰ ਦੀ ਜਿੱਤ ਜਾਂ ਹਾਰ ਇਹ ਆਪਣੇ ਆਪ ਦੇ ਵਿੱਚ ਵੱਡੇ ਮਾਇਨੇ ਰੱਖਦੀ ਹੈ, ਜਿਹੜੇ ਜਿੱਤ ਗਏ ਉਹਨਾਂ ਲਈ ਵੀ ਤੇ ਜਿਹੜੇ ਹਾਰ ਗਏ ਨੇ ਉਹਨਾਂ ਦੇ ਲਈ ਵੀ। ਇੱਕ ਪੰਜਾਬੀ ਦੀ ਕਹਾਵਤ ਆ ਨਾ, ਕਹਿੰਦੇ ਮਿੱਤਰਾਂ ਦੀ ਡੁੱਲ ਗਈ ਦਾਲ, ਕਹਿੰਦਾ ਯਾਰ ਤਾਂ ਐਂ ਹੀ ਖਾਂਦੇ ਨੇ। ਮੈਂ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਨੇ ਕੰਗ ਸਾਹਿਬ, ਉਹਨਾਂ ਦਾ ਸੁਣ ਰਿਹਾ ਸੀ ਬਿਆਨ, ਕਹਿੰਦੇ ਜੀ ਜਿਹੜੀ ਪਰਸੈਂਟੇਜ ਆ ਆਮ ਆਦਮੀ ਪਾਰਟੀ ਦੀ ਸਿਰਫ 2% ਵੋਟ ਘਟੀ ਆ। ਦੇਖੋ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਆ। ਤੁਸੀਂ ਪਹਿਲਾਂ ਵੋਟਾਂ ਤਾਂ ਪਈਆਂ ਨੇ ਸਾਰੀਆਂ 40%, 40% 45%, ਉਹ ਵੋਟਾਂ ਘੱਟ ਪੈਣਾ ਆਪਣੇ ਆਪ ਦੇ ਵਿੱਚ ਇੱਕ ਮੂੰਹ ਦੇ ਉੱਪਰ ਵੱਜਿਆ ਹੋਇਆ ਥੱਪੜ ਹੈ, ਜਿਹੜਾ ਕਿ ਬੇਸ਼ਰਮ ਲੋਕਾਂ ਨੂੰ ਦਿਖਦਾ ਨਹੀਂ ਹੈਗਾ। ਵੈਸੇ ਦੇਖਿਆ ਜਾਵੇ ਪਾਰਟੀਆਂ ਦੇ ਸਪੋਕਸਪਰਸਨ ਹੁੰਦੇ ਹੀ ਇਸ ਕੰਮ ਲਈ ਨੇ ਕਿ ਤੁਸੀਂ ਬੇਸ਼ਰਮੀ ਪਾਲੋ ਜਿੰਨੀ ਪਾਲ ਸਕਦੇ ਹੋ ਔਰ ਬੇਸ਼ਰਮਾ ਵਾਂਗੂ ਜਵਾਬ ਦਿੰਦੇ ਰਹੋ। ਉਹ ਕੰਮ ਕੰਗ ਸਾਹਿਬ ਨੇ ਕੀਤਾ। ਪਰ ਇਹ ਜਿਹੜਾ ਮੈਂਡੇਟ ਸੀ ਲੋਕਾਂ ਦਾ, ਇਹ ਇਕੱਲਾ ਆਮ ਆਦਮੀ ਪਾਰਟੀ ਦੇ ਖਿਲਾਫ ਨਹੀਂ ਸੀਗਾ। ਇੱਕ ਗੱਲ ਨੂੰ ਯਾਦ ਰੱਖਿਓ, ਇਹਨੂੰ ਸਿਰਫ ਆਮ ਆਦਮੀ ਪਾਰਟੀ ਦੇ ਖਿਲਾਫ ਕਹਿਣਾ ਵੀ ਗਲਤ ਹੋਏਗਾ। ਇਹ ਅਕਾਲੀ ਦਲ ਬਾਦਲ ਦੇ ਖਿਲਾਫ ਵੀ ਉਨਾ ਹੀ ਸੀ ਜਿੰਨਾ ਢੀਂਡਸਿਆਂ ਦੇ ਖਿਲਾਫ ਸੀ, ਜਿੰਨਾ ਭਾਜਪਾ ਦੇ ਖਿਲਾਫ ਸੀ, ਔਰ ਜਿੰਨਾ ਇਹ ਪੰਜਾਬ ਦੇ ਉੱਪਰ ਫੌਜ ਚੜਾਉਣ ਵਾਲੀ ਕਾਂਗਰਸ ਪਾਰਟੀ ਦੇ ਖਿਲਾਫ ਸੀ। ਸੋ ਜਿਤਾਉਣਾ ਸਿਮਰਜੀਤ ਮਾਨ ਨੂੰ, ਉਹ ਸਿੱਧੂ ਮੂਸੇਵਾਲੇ ਦੀ ਸ਼ਹਾਦਤ ਹੈ, ਉਹਦੀ ਮੌਤ ਹੈ, ਜਿਹਦੇ ਕਾਰਨ ਐਡਾ ਵੱਡਾ ਲੋਕ ਫੈਸਲਾ ਲੈਣ ਵਿੱਚ ਸਮਰੱਥ ਹੋ ਸਕੇ ਕਿ ਇੰਨੇ ਵੱਡੇ ਸਿੰਗਰ ਨੂੰ ਐਡੀ ਗੈਰ ਜ਼ਿੰਮੇਵਾਰੀ ਨਾਲ ਸਰਕਾਰ ਨੇ ਮਾਰਤਾ ਕਿ ਉਹ ਭੰਡਾ ਵਾਂਗੂ ਪ੍ਰਚਾਰ ਕਰ ਰਿਹਾ ਅਰਵਿੰਦ ਕੇਜਰੀਵਾਲ
ਕਿ ਆਹ ਦੇਖੋ ਜੀ ਅਸੀਂ ਜਥੇਦਾਰ ਅਕਾਲ ਤਖਤ ਦੀ ਸਿਕਿਉਰਿਟੀ ਵਾਪਸ ਲੈ ਲਈ। ਜਥੇਦਾਰ ਅਕਾਲ ਤਖਤ ਇੱਕ ਸਿਰਮੌਰ ਸੀਟ ਆ ਸਾਡੇ ਲਈ, ਪੂਰੇ ਪੰਥ ਲਈ। ਉਹਦੇ ਤੇ ਕੌਣ ਬੈਠਾ ਕੌਣ ਨਹੀਂ ਬੈਠਾ ਇਹ ਸਵਾਲ ਬਾਅਦ ਦਾ ਹੈਗਾ। ਤੁਸੀਂ ਜਥੇਦਾਰ ਦੀ ਸੀਟ ਨੂੰ ਲੋਕਾਂ ਵਿੱਚ ਮਜ਼ਾਕ ਦਾ ਪਾਤਰ ਬਣਾ ਰਹੇ ਹੋ, ਇਹ ਲੋਕਾਂ ਨੇ ਬਰਦਾਸ਼ਤ ਨਹੀਂ ਕੀਤਾ ਹੈਗਾ। ਉਹਨਾਂ ਨੇ ਸਬਕ ਸਿਖਾਇਆ। ਇਹਨਾਂ ਨੇ ਸਿੱਧੂ ਮੂਸੇਵਾਲੇ ਦੀ ਮੌਤ ਵੀ ਬਹੁਤ ਵੱਡਾ ਫੈਕਟਰ ਆ, ਪਰ ਇਹ ਵੀ ਯਾਦ ਰੱਖਿਓ ਕਿ ਜਥੇਦਾਰ ਅਕਾਲ ਤਖਤ ਦੀ ਮੌਕਰੀ ਕਰਨਾ, ਮਤਲਬ ਉਸ ਸੀਟ ਦੇ ਬਾਰੇ ਇਸ ਤਰੀਕੇ ਦਾ ਭੱਦਾ ਮਜ਼ਾਕ ਕਰਨਾ, ਉਹ ਇਹਨਾਂ ਨੂੰ ਮਹਿੰਗਾ ਪਿਆ। ਔਰ ਜਿਹੜੇ ਬੰਦੇ ਨੂੰ ਪੰਜਾਬ ਨੇ ਮੁੱਖ ਮੰਤਰੀ ਬਣਾਇਆ, ਉਹ ਗੈਰ ਰਾਜ ਤੋਂ, ਕਿਸੇ ਦੂਸਰੇ ਰਾਜ ਤੋਂ ਆਏ ਹੋਏ ਮੁੱਖ ਮੰਤਰੀ ਦੇ ਪੈਰਾਂ ਵਿੱਚ ਬੈਠ ਕੇ ਆਪਣੇ ਲੋਕਾਂ ਵਿੱਚ ਵਿਚਰੇ, ਉਹ ਲੋਕਾਂ ਨੂੰ ਮਨਜ਼ੂਰ ਨਹੀਂ। ਕਿਉਂਕਿ ਇਹ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਨੇ, ਇਹ ਲੋਕ ਬੰਦਾ ਸਿੰਘ ਬਹਾਦਰ ਦੇ ਵਾਰਿਸ ਨੇ, ਇਹ ਲੋਕ ਲਲਿਤ ਸਮਰਾਜ ਦੇ ਵਾਰਿਸ ਨੇ, ਜਿਸ ਤੋਂ ਵੱਡੇ ਮਤਲਬ ਦੁਨੀਆ ਵਿੱਚ ਅੱਜ ਤੱਕ ਜਿਹਨੇ ਨਾਮ ਲੈ ਜਾਂਦੇ ਨੇ ਕਿੰਗਡਮਸ ਦੇ, ਉਹਨਾਂ ਦੇ ਵਾਰਿਸ ਨੇ। ਇਹ ਉਸ ਵਾਰਸਾਂ ਦੀ ਗੱਦੀ ਤੇ ਬੈਠਾ ਰਾਜਾ ਜੇਕਰ ਇੱਕ ਦੂਜੇ ਰਾਜ ਤੋਂ ਆਏ ਮੁੱਖ ਮੰਤਰੀ ਦੇ ਪੈਰਾਂ ਵਿੱਚ ਬੈਠ ਜਾਏ, ਇਹ ਇਹਨਾਂ ਨੂੰ ਬਰਦਾਸ਼ਤ ਨਹੀਂ। ਇਹਨਾਂ ਦੀਆਂ ਪੱਗਾਂ ਰੋਲਣ ਵਾਲੀ ਗੱਲ ਹੋ ਗਈ। ਉਹ ਤੂੰ ਮਤਲਬ ਭਗਵੰਤ ਮਾਨ ਨੂੰ ਮੰਨ ਲਿਆ, ਭਾਵੇਂ ਤਨਖਾਹ ਦੇ ਉੱਤੇ ਮੁੱਖ ਮੰਤਰੀ ਰੱਖਿਆ, ਚਾਹੇ ਜੋ ਮਰਜ਼ੀ ਰੱਖਿਆ, ਪਰ ਉਹ ਪੰਜਾਬ ਦਾ ਮੁੱਖ ਮੰਤਰੀ ਹੈ। ਔਰ ਉਹਨੂੰ ਪੰਜਾਬ ਦੇ ਲੋਕਾਂ ਦੀ ਜੋ ਸ਼ਹਾਦਤਾਂ ਨੇ, ਜੋ ਉਹਨਾਂ ਦੀ ਆਈਡੀਓਲੋਜੀ ਆ, ਜੋ ਉਹਨਾਂ ਦੀ ਮੁੱਛ ਆ, ਉਹਨੂੰ ਨੀਵਾਂ ਕਰਨ ਦੀ ਇਜਾਜ਼ਤ ਕੋਈ ਨਹੀਂ ਦਊਗਾ। ਔਰ ਉਹ ਜਿਵੇਂ ਡਾਕਟਰ ਧਰਮਵੀਰ ਗਾਂਧੀ ਨੇ ਲਿਖਿਆ ਆਪਣੇ ਟਵੀਟ ਵਿੱਚ ਨਾ, ਕਿ ਜਿੱਦੇ ਭਗਵੰਤ ਮਾਨ ਕੇਜਰੀਵਾਲ ਦੇ ਪੈਰਾਂ 'ਚ ਬੈਠ ਗਿਆ ਨਾ ਕਾਰ ਦੇ ਵਿੱਚ, 50,000 ਵੋਟਾਂ ਤਾਂ ਉਦੋਂ ਹੀ ਕੱਟ ਗਈਆਂ ਸੀ। ਔਰ ਇੱਕ ਗੱਲ ਹੋਰ, ਆਮ ਆਦਮੀ ਪਾਰਟੀ ਨੂੰ ਇਹ ਬਹੁਤ ਵੱਡਾ ਭੁਲੇਖਾ ਸੀਗਾ ਸੁਖਵਿੰਦਰ ਵੀਰ, ਕਿ ਇਹ 92 ਸੀਟਾਂ ਜਿੱਤੇ ਨੇ। ਲੋਕਾਂ ਨੇ ਇਹ ਵੀ ਦੱਸ ਦਿੱਤਾ ਕਿ ਤੁਸੀਂ ਜਿੱਤੇ ਨਹੀਂ, ਅਸੀਂ ਜਿਤਾਏ ਸੀ। ਅਸੀਂ ਤਾਂ ਅਕਾਲੀਆਂ ਤੋਂ, ਕਾਂਗਰਸੀਆਂ ਤੋਂ ਤੰਗ ਪਰੇਸ਼ਾਨ ਸੀ, ਇਸ ਕਰਕੇ ਤੁਹਾਨੂੰ ਅਜ਼ਮਾਉਣਾ ਚਾਹੁੰਦੇ ਹੋ। ਪਰ ਜੇ ਤੁਸੀਂ ਅਜ਼ਮਾਉਣ ਦੇ ਪੱਖ ਨੂੰ ਇਹ ਸਮਝ ਲਓ ਕਿ ਤੁਸੀਂ ਜਿੱਤੇ ਹੋ, ਤੇ ਅਸੀਂ ਤੁਹਾਨੂੰ ਢਾਉਣਾ ਵੀ ਜਾਣਦੇ ਹਾਂ। ਸੋ ਉਹਨਾਂ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਜੋ ਮੇਨ ਜਥੇਦਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਉਹਨਾਂ ਨੂੰ ਮਹਿਜ਼ 5,000 ਕੁਛ ਵੋਟਾਂ ਤੇ ਜਿਤਾਉਣ ਦਾ ਮਤਲਬ ਇਹੀ ਸੀ ਕਿ ਲੋਕਾਂ ਨੇ ਸਿਰ ਧੜ ਦੀ ਬਾਜੀ ਲਾਈ। ਵੱਡੇ ਪੱਧਰ ਤੇ ਲੋਕ ਤਾਂ ਸਰਕਾਰ ਤੋਂ ਬੇਮੁਖ ਹੋ ਗਏ। ਉਹਨਾਂ ਵਿੱਚ ਉਦਾਸੀਨਤਾ ਆ ਗਈ ਕਿ ਉਹ ਇੱਥੋਂ ਦੇ ਪੋਲੀਟੀਕਲ ਸਿਸਟਮ ਤੋਂ ਉਦਾਸ ਹੋ ਗਏ। ਉਹਨਾਂ ਨੇ ਬਾਈਕਾਟ ਕਰਤਾ। ਉਹ ਜਿਹੜਾ ਵੋਟਾਂ ਨਾ ਪਾਉਣੀਆਂ, ਉਹ ਇੱਕ ਤਰ੍ਹਾਂ ਦਾ ਬਾਈਕਾਟ ਆ। ਉਹਨੂੰ ਤੁਸੀਂ ਚਾਹੇ ਸੌਣੀ ਦਾ ਬਹਾਨਾ ਲਾ ਲਓ, ਚਾਹੇ ਗਰਮੀ ਦਾ ਬਹਾਨਾ ਲਾ ਲਓ, ਬਹਾਨੇ ਕਦੇ ਵੀ ਕੰਮ ਨਹੀਂ ਕਰਦੇ। ਕਿਉਂਕਿ ਜੇ ਬਹਾਨੇ ਕੰਮ ਕਰਦੇ ਹੁੰਦੇ ਤਾਂ ਆਮ ਆਦਮੀ ਪਾਰਟੀ ਦਾ ਬੰਦਾ ਗੁਰਮੇਲ ਸਿੰਘ ਮੈਂਬਰ ਪਾਰਲੀਮੈਂਟ ਬਣਦਾ। ਪਰ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਬਣੇ ਨੇ, ਔਰ ਉਹਨਾਂ ਨੂੰ ਇਹ ਲੋਕ ਚੱਲਿਆ ਹੋਇਆ ਕਾਰਤੂਸ ਦੱਸ ਰਹੇ ਸੀ। ਲੇਕਿਨ ਉਸ ਬੰਦੇ ਨੇ ਦੁਬਾਰਾ ਆਪਣੇ ਆਪ ਨੂੰ ਬਰੂਦਬੰਦ ਕੀਤਾ ਔਰ ਫਾਇਰ ਕਰਕੇ ਦਿਖਾਇਆ। ਕਿਉਂ? ਕਿਉਂਕਿ ਉਹਦੇ ਤੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਸੀ। ਚੱਲੇ ਹੋਏ ਕਾਰਤੂਸ ਉਹਨਾਂ ਨੂੰ ਕਹਿ ਸਕਦੇ ਹੋ ਜਿਨ੍ਹਾਂ ਤੇ ਭ੍ਰਿਸ਼ਟਾਚਾਰ ਦੇ ਵੱਡੇ ਵੱਡੇ ਦੋਸ਼ ਨੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਆ, ਉਹਨਾਂ ਦਾ ਪਰਿਵਾਰ ਹੈ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਨੇ, ਉਹਨਾਂ ਦਾ ਪਰਿਵਾਰ ਹੈ, ਉਹਨਾਂ ਦੀ ਪਾਰਟੀ। ਉਹ ਚੱਲੇ ਹੋਏ ਕਾਰਤੂਸ ਸਾਬਤ ਕਰਤੇ ਲੋਕਾਂ ਨੇ, ਕਿਉਂਕਿ ਉਹਨਾਂ ਸਾਰਿਆਂ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਰਹੇ ਨੇ। ਸਿਮਰਨਜੀਤ ਸਿੰਘ ਮਾਨ ਦਾ ਜੋ ਪਰਿਵਾਰ ਹੈਗਾ ਉਹ ਵੀ ਰਾਜਨੀਤਿਕ ਆ। ਇਹਨਾਂ ਦੇ ਵਾਲਿਦ ਸਾਹਿਬ ਵੀ ਸਪੀਕਰ ਰਹੇ ਨੇ, ਉਹਦੇ ਨਾਲ ਵੀ ਜੁੜੇ ਰਹੇ, ਖੁਦ IPS ਆਫੀਸਰ ਰਹੇ ਨੇ। ਇੱਕ IPS ਆਫੀਸਰ ਨੂੰ ਸਰਕਾਰੀ ਏਜੰਸੀਆਂ ਚੱਕਦੀਆਂ ਨੇ 84 ਤੋਂ ਬਾਅਦ। ਕਿਉਂ? ਕਿਉਂਕਿ ਉਹਨੇ ਅਸਤੀਫਾ ਦੇ ਦਿੱਤਾ ਸੀਗਾ ਕਿ ਜੋ ਗੋਲਡਨ ਟੈਂਪਲ ਦੇ ਉੱਪਰ ਅਟੈਕ ਹੋਇਆ ਉਹ ਗਲਤ ਹੋਇਆ। ਇਹਦੇ ਵਿੱਚ ਮਾੜੀ ਗੱਲ ਕੀ ਆ? ਜੇ ਤੁਹਾਡੀ ਇੱਕ ਚੀਜ਼ ਨੂੰ ਅਕੀਦਤ ਹੈਗੀ ਆ, ਦਰਬਾਰ ਸਾਹਿਬ ਦੇ ਉੱਤੇ ਹਰ ਸਿੱਖ ਆਪਣਾ ਸਿਰ ਕਲਮ ਕਰਾਉਣ ਲਈ ਤਿਆਰ ਹੋ ਜਾਂਦਾ, ਕਿਉਂਕਿ ਸਾਡੀ ਅਕੀਦਤ ਆ, ਸਾਡੀ ਜੜ ਆ। ਤੇ ਉਹਦੇ ਤੇ ਇੱਕ ਸਾਡੀ ਮੁਲਕ ਦੀ ਫੌਜ ਹਮਲਾ ਕਰੇ ਤੇ ਬਹੁਤ ਲੋਕਾਂ ਨੇ ਰਿਜ਼ਾਈਨ ਕੀਤੇ ਸੀ। ਪਰ ਇਹਨੂੰ ਚੱਕ ਕੇ ਬਹੁਤ ਜ਼ਿਆਦਾ ਯਾਤਨਾਵਾਂ ਦਿੱਤੀਆਂ ਗਈਆਂ, ਇੰਨੇ ਕੁ ਟੌਰਚਰ ਦਿੱਤੇ ਗਏ ਕਿ ਜੋ ਗੈਰ ਮਨੁੱਖੀ ਵਤੀਰਿਆਂ ਦਾ ਚਰਮ ਜਿੱਥੋਂ ਕਹਿ ਸਕਦੇ ਹਾਂ, ਉੱਥੋਂ ਮੁੜਿਆ ਬੰਦਾ, ਆਪਣੇ ਆਪ ਨੂੰ ਸੰਭਾਲਿਆ, ਪੋਲਿਟਿਕਸ ਵਿੱਚ ਪਾਇਆ, ਤੇ ਅੱਜ ਉਹ ਲੋਕਾਂ ਦੀ ਤਰਜਮਾਨੀ ਕਰਨ ਲਈ ਪਾਰਲੀਮੈਂਟ ਵਿੱਚ ਪਹੁੰਚ ਗਿਆ। ਸੁਖਵਿੰਦਰ, ਮੇਰਾ ਆਖਰੀ ਸਵਾਲ ਹੈ ਸਮਝ ਸਾਹਿਬ, ਕਿ ਚਰਚਾ ਇਹ ਚੱਲ ਰਹੀ ਹੈ ਕਿ ਹੁਣ ਖਾਲਿਸਤਾਨ ਪੱਖੀ ਜਿਹੜੀ ਸਿਆਸਤ ਹੈ ਉਹਨੂੰ ਇੱਕ ਹਵਾ ਮਿਲ ਜੇਗੀ। ਉਹਦੇ ਨਾਲ ਕੀ ਹੋਏਗਾ ਕਿ ਬੀਜੇਪੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਉਸ ਹਵਾ ਨੂੰ ਕੈਸ਼ ਕਰੇਗੀ ਕਿ
ਦੇਖੋ ਜੀ, ਇਹ ਤਾਂ ਖਾਲਿਸਤਾਨ ਦੀ ਗੱਲ ਕਰਦੇ ਨੇ, ਅਸੀਂ ਪੰਜਾਬ ਨੂੰ ਪੰਜਾਬ ਬਣਾਉਣ ਦੀ ਗੱਲ ਕਰਦੇ ਆ। ਇੱਕ ਮੌਕਾ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਦੇਤਾ, ਹੁਣ ਇੱਕ ਮੌਕਾ ਸਾਨੂੰ ਦੇ ਕੇ ਦੇਖੋ। ਮਤਲਬ ਕਿ ਅਗਲੇ ਸਮੇਂ ਦੇ ਵਿੱਚ ਇਹ ਇੱਕ ਰਾਹ ਕਹਿੰਦੇ ਪੱਧਰਾ ਹੋ ਰਿਹਾ ਹੈ ਬੀਜੇਪੀ ਦੀ ਉਸ ਸਿਆਸਤ ਲਈ, ਜਿਹੜੀ ਉਹ ਹਿੰਦੂਤਵਾ ਦੀ ਸਿਆਸਤ ਕਰਦੇ ਨੇ, ਭਗਵਾ ਕਰਨ ਦੀ ਕਰਦੇ ਨੇ, ਬਨਾਮ ਖਾਲਿਸਤਾਨ। ਦੇਖੋ, ਪੰਜਾਬ ਦੇ ਲੋਕ ਮਨੁੱਖੀ ਅਧਿਕਾਰਾਂ ਲਈ ਹਮੇਸ਼ਾ ਖੜੇ ਰਹੇ ਨੇ, ਚਾਹੇ ਉਹ ਹਿੰਦੂ ਆ ਚਾਹੇ ਸਿੱਖ ਆ। ਔਰ ਜਿੱਥੋਂ ਤੱਕ ਮੈਂ ਗੱਲ ਕਹਾਂ, ਜਦੋਂ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਦੇ ਮੈਂਬਰ ਪਾਰਲੀਮੈਂਟ ਸੀ ਪਟਿਆਲਾ ਤੋਂ, ਇਹਨਾਂ ਨੇ ਸਾਂਝੇ ਸ਼ਮਸ਼ਾਨ ਘਾਟ ਕਰਾਉਣ ਦੇ ਵਿੱਚ ਬਹੁਤ ਜ਼ੋਰ ਲਾਇਆ ਕਿ ਜ਼ਾਤ-ਪਾਤ ਖਤਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਕਿ ਜਿਹੜਾ ਵੀ ਪਿੰਡ ਇੱਕ ਸਾਂਝਾ ਸ਼ਮਸ਼ਾਨ ਘਾਟ ਬਣਾਏਗਾ ਉਹਨੂੰ ਮੇਰੇ ਵੱਲੋਂ ਸਪੈਸ਼ਲ ਫੰਡ ਦਿੱਤਾ ਜਾਏਗਾ। ਹੁਣ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਜਦੋਂ 1999 ਤੋਂ 2004 ਤੱਕ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੀ, ਤੁਸੀਂ ਇਹਨਾਂ ਦੇ ਡਾਟੇ ਚੱਕ ਕੇ ਦੇਖੋ, ਇਹਨਾਂ ਨੇ ਗਊਸ਼ਾਲਾਵਾਂ ਬਹੁਤ ਜ਼ਿਆਦਾ ਬਣਾਈਆਂ ਕਿ ਜੋ ਸਾਡੀ ਇੱਕ, ਜਿਸ ਨੂੰ ਹਿੰਦੂ ਭਾਈਚਾਰੇ ਦੇ ਲੋਕ ਬਹੁਤ ਪਵਿੱਤਰ ਦਰਜਾ ਦਿੰਦੇ ਨੇ, ਉਸ ਦੀ ਸੰਭਾਲ ਲਈ ਗਊਸ਼ਾਲਾ ਇੱਕ, ਜਿਸ ਨੂੰ ਤੁਸੀਂ ਖਾਲਿਸਤਾਨੀ ਕਹਿ ਰਹੇ ਹੋ, ਉਸ ਬੰਦੇ ਵੱਲੋਂ ਬਣਾਈ ਜਾਣੀ। ਇਹ ਤਾਂ ਕਿਤੇ ਖਾਲਿਸਤਾਨ ਦੀ ਆਈਡੀਓਲੋਜੀ 'ਚ ਹੈ ਨਹੀਂ ਕਿ ਗਊਸ਼ਾਲਾਵਾਂ ਬਣਾਈਆਂ ਜਾਣ, ਪਰ ਬੀਇੰਗ ਅ ਮੈਂਬਰ ਪਾਰਲੀਮੈਂਟ ਉਹਨੇ ਆਪਣੀ ਜ਼ਿੰਮੇਵਾਰੀ ਨਿਭਾਈ ਕਿ ਜੋ ਅਵਾਰਾ ਪਸ਼ੂ ਘੁੰਮ ਰਹੇ ਨੇ ਉਹਨਾਂ ਲਈ ਗਊਸ਼ਾਲਾਵਾਂ ਬਣਾਈਆਂ। ਔਰ ਉਹ ਸਭ ਤੋਂ ਜ਼ਿਆਦਾ ਬੈਸਟ ਪਾਰਲੀਮੈਂਟੇਰੀਅਨ ਦਾ ਉਹਨੂੰ ਅਵਾਰਡ ਮਿਲਦਾ ਰਿਹਾ। ਔਰ ਉਹ ਜਿਹੜੀ ਹਿਊਮਨ ਰਾਈਟਸ ਦੀਆਂ ਕਮੇਟੀਆਂ ਸੀ, UN ਤੱਕ ਜਿੰਨੇ ਵੀ ਪਾਰਲੀਮੈਂਟਰੀ ਕਮੇਟਰੀਜ਼ ਹੁੰਦੇ ਆ, ਉਹਦੇ ਮੈਂਬਰ ਬਹੁਤ ਐਕਟਿਵ ਮੈਂਬਰ ਰਹੇ ਔਰ ਉਹਨਾਂ ਨੇ ਹਿਊਮਨ ਰਾਈਟਸ ਦੇ ਉੱਪਰ ਗੱਲ ਕੀਤੀ। ਮਤਲਬ ਉਹ ਬੰਦੇ ਨੇ ਉਹ ਕੰਮ ਕਰਕੇ ਦਿਖਾਏ ਜੋ ਇੱਕ ਅਸੀਂ ਹਿੰਦੂ ਪਾਰਲੀਮੈਂਟੇਰੀਅਨ ਤੋਂ ਤਵੱਕੋ ਰੱਖਦੇ ਆ, ਪਰ ਉਸ ਨੇ ਇੱਕ ਪ੍ਰੋਪਰ ਪੰਜਾਬੀ, ਇੱਕ ਪ੍ਰੋਪਰ ਸਿੱਖ ਹੋਣ ਦੇ ਨਾਤੇ ਦੂਸਰੇ ਭਾਈਚਾਰਿਆਂ ਦਾ ਵੀ ਉਨਾ ਹੀ ਸਨਮਾਨ ਕੀਤਾ ਜੋ ਸੰਦੇਸ਼ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ। ਤੁਸੀਂ ਉਸ ਬੰਦੇ ਨੂੰ ਖਾਲਿਸਤਾਨੀ ਕਹਿ ਲਓ, ਪਰ ਉਹ ਖਾਲਿਸਤਾਨੀ ਤਾਂ ਸਿਰਫ ਇੱਕ ਜਿਹੜਾ ਸਾਡਾ ਸੰਘੀ ਢਾਂਚਾ, ਸਾਡੇ ਸੰਵਿਧਾਨ ਸਾਨੂੰ ਦਿੰਦਾ, ਜਿਹਦੇ ਵਿੱਚ ਰਾਜਾਂ ਨੂੰ ਵੱਧ ਤਾਕਤਾਂ ਨੇ, ਔਰ ਉਹਦੀ ਗੱਲ ਕਰਦਾ, ਉਹਦੀ ਹਮਾਇਤ ਕਰਦਾ। ਔਰ ਉਹਦੀ ਹਮਾਇਤ ਕਰਨ ਦੇ ਵਿੱਚ ਮੈਂ ਕਹਿੰਦਾ ਕੋਈ ਸਾਡੇ ਸੰਵਿਧਾਨ ਤੋਂ ਬਾਹਰ ਜਾਣ ਵਾਲੀ ਗੱਲ ਨਹੀਂ। ਉਹਨੇ ਜੇ ਚੋਣਾਂ ਵੀ ਲੜੀਆਂ ਨੇ, ਉਹ ਭਾਰਤੀ ਸੰਵਿਧਾਨ ਦੀ ਛਾਂ ਦੇ ਥੱਲੇ ਖੜ ਕੇ ਚੋਣਾਂ ਲੜੀਆਂ ਨੇ। ਇਹ ਕੋਈ ਖਾਲਿਸਤਾਨ ਦਾ ਨਾਰਾ ਮਾਰ ਕੇ ਤਾਂ ਵੋਟਾਂ ਨਹੀਂ ਮੰਗੀਆਂ ਹੈਗੀਆਂ। ਸੋ ਇਸ ਚੀਜ਼ ਨੂੰ ਆਪਣੀ ਜ਼ੁਬਾਨ ਦੇ ਨਾਲ ਬੋਲੀ ਜਾਣਾ, ਮੈਂ ਕਹਿੰਦਾ ਬਹੁਤ ਵੱਡੀ, ਕਿਸੇ ਨੂੰ ਬੇਵਕੂਫ ਕਹਿਣਾ ਵੀ ਮੈਂ ਪਸੰਦ ਨਹੀਂ ਕਰਦਾ, ਕਿਉਂਕਿ ਉਹ ਪ੍ਰਮਾਤਮਾ ਦੀ ਮਾਰ ਹੁੰਦੀ ਹੈ ਜੋ ਬਿਨਾਂ ਸੋਚੇ ਸਮਝੇ ਗੱਲਾਂ ਕਰਦੇ ਨੇ। ਤੁਸੀਂ ਉਸ ਸਿਮਰਨਜੀਤ ਸਿੰਘ ਨੂੰ ਮਾਨ ਨੂੰ ਜਾਣੋ ਜੋ ਮੈਂਬਰ ਪਾਰਲੀਮੈਂਟ ਸੀ, ਤੁਸੀਂ ਉਸ ਨੂੰ ਨਾ ਜਾਣੋ ਜਿਸ ਨੂੰ ਲੋਕ ਚਰਚਾ ਕਰਦੇ ਨੇ, ਕਿਉਂਕਿ ਚਰਚਾਵਾਂ ਤੇ ਕੀਤੀਆਂ ਹੋਈਆਂ ਜਿਹੜੇ ਸਬੂਤ ਪਾਰਲੀਮੈਂਟ ਵਿੱਚ ਪਏ ਨੇ, ਬਹੁਤ ਫਰਕ ਹੈਗਾ। ਸੋ ਇਹ ਹਿਊਮਨ ਰਾਈਟਸ, ਉਹਨੇ ਕੀ ਗੱਲ ਕਹੀ ਆ? ਉਹਨੇ ਗੱਲ ਇਹੀ ਕਹੀ ਆ ਕਿ ਜਿਹੜੇ ਸੰਗਰੂਰ ਦੇ ਮਜ਼ਦੂਰ ਆ, ਇੱਥੋਂ ਦੇ ਮਨੁੱਖੀ ਹੱਕਾਂ ਦੇ ਘਾਣ ਕਰਦੇ ਨੇ, ਉਹ ਮਜ਼ਦੂਰਾਂ ਦੇ ਹੱਕ ਵਿੱਚ ਖੜੂਗਾ ਤੇ ਘਾਣ ਕਰਨ ਵਾਲਿਆਂ ਦੇ ਖਿਲਾਫ ਖੜੂਗਾ। ਉਹਨੇ ਆਹੀ ਗੱਲ ਕਹੀ ਆ। ਉਹਨੇ ਕਿਤੇ ਕਿਹਾ ਕਿ ਖਾਲਿਸਤਾਨ ਦਾ ਨਾਰਾ ਮਾਰੂਗਾ। ਉਹਨੇ ਕਿਹਾ ਪਾਰਲੀਮੈਂਟ ਵਿੱਚ ਜਾ ਕੇ ਮੈਂ ਕੀਤੀਆਂ ਹੋਈਆਂ ਕੁਰੀਤੀਆਂ ਨੂੰ ਜ਼ਰੂਰ ਖਰੀਦੂਗਾ, ਤੇ ਜੋ ਸਿੱਖਾਂ ਦੇ ਉੱਪਰ ਹਮਲੇ ਹੋਏ ਨੇ, ਜੋ ਸਿੱਖੀ ਨੂੰ ਖਤਮ ਕਰਨ ਦੇ ਹਮਲੇ ਹੋਏ ਨੇ, ਉਹਨੂੰ ਅਸੀਂ ਕੁਰੀਤੀ ਨਹੀਂ ਕਹਾਂਗੇ ਤਾਂ ਹੋਰ ਕੀ ਆ। ਪੂਰੀ ਦਾ ਪੂਰਾ ਜੈਨੋਸਾਈਡ ਕੀਤਾ ਗਿਆ ਦਿੱਲੀ ਦੇ ਵਿੱਚ, ਤੇ ਜੇ ਕੋਈ ਉਹਦੀ ਗੱਲ ਕਰੇਗਾ ਤੇ ਉਹ ਖਾਲਿਸਤਾਨੀ ਹੋ ਜਾਏਗਾ। ਇਹ ਗਲਤ ਗੱਲ ਹੈ। ਖਾਲਿਸਤਾਨੀ ਦੀ ਡੈਫੀਨੇਸ਼ਨ ਕੋਈ ਖਾਲਿਸਤਾਨ ਨਹੀਂ ਹੈਗੀ। ਅਨੰਦਪੁਰ ਦਾ ਮਤਾ ਵੀ ਜੋ ਹੈਗਾ ਉਹ ਖਾਲਿਸਤਾਨ ਦੀ ਮੰਗ ਨਹੀਂ ਕਰਦਾ, ਉਹ ਪੰਜਾਬ ਰਾਜ ਦੇ ਲਈ ਵੱਧ ਤਾਕਤਾਂ ਦੀ ਮੰਗ ਕਰਦਾ ਕਿ ਅਸੀਂ ਬਾਰਡਰ ਸਟੇਟ ਦੇ ਹੁੰਦੇ ਹੋਏ, ਬਾਰਡਰ ਰਾਜ ਹੁੰਦੇ ਹੋਏ, ਸਾਨੂੰ ਖੁਦ ਮੁਖਤਾਰੀ ਜਿੰਨੀ ਕੁ ਚਾਹੀਦੀ ਆ ਉਨੀ ਕੁ ਦਿੱਤੀ ਜਾਵੇ। ਔਰ ਉਹ ਸਿਰਫ ਆਪਣੇ ਲਈ ਨਹੀਂ ਮੰਗਦਾ ਹੈਗਾ, ਉਹ ਭਾਰਤ ਦੇ ਬਾਕੀ ਸੂਬਿਆਂ ਲਈ ਵੀ ਇਹੀ ਮੰਗਾ ਹੱਕ ਮੰਗਦੇ ਨੇ। ਇਹਨੂੰ ਖਾਲਿਸਤਾਨ ਕਹਿ ਦੇਣਾ, ਖਾਲਿਸਤਾਨ ਦੀ ਮੰਗ ਕਹਿ ਦੇਣਾ, ਇਹ ਆਪਣੇ ਆਪ ਦੇ ਵਿੱਚ ਬੇਵਕੂਫੀ ਭਰਿਆ ਅਲਫਾਜ਼ ਨਹੀਂ ਹੈਗੇ ਤਾਂ ਹੋਰ ਕੀ ਹੈਗਾ। ਪੂਰੀ ਚੀਜ਼ ਨੂੰ ਸੁਚੇਤ ਹੋਵੋ ਕਿ ਅਸੀਂ ਭਾਰਤੀ ਸੰਵਿਧਾਨ ਦੇ ਵਿੱਚ ਰਹਿ ਕੇ ਚੱਲਣਾ, ਔਰ ਜੇ ਭਾਰਤ ਦੇ ਵਿੱਚ ਰਹਿੰਦੇ ਭਾਈਚਾਰੇ ਮਜ਼ਬੂਤ ਨਹੀਂ ਹੋਣਗੇ ਔਰ ਉਹਨਾਂ ਦਾ اخلاق ਨਹੀਂ ਬਣੂਗਾ, ਕਿਉਂਕਿ ਹਰ ਦੇਸ਼ ਦੇ ਬਸ਼ਿੰਦੇ ਨੂੰ ਇਹ ਹੱਕ ਹੈ, ਇਹ ਭਰੋਸਾ ਚਾਹੀਦਾ ਕਿ ਉਹਦਾ ਦੇਸ਼ ਉਹਦੀ ਰੱਖਿਆ ਕਰੂਗਾ, ਉਹਦਾ ਦੇਸ਼ ਉਹਨੂੰ ਜਿਉਣ ਦਾ ਹੱਕ ਦਊਗਾ, ਉਹਦਾ ਦੇਸ਼ ਉਹਨੂੰ ਖਾਣ ਲਈ ਅੰਨ ਮੁਹੱਈਆ ਕਰਾਏਗਾ, ਉਹਦਾ ਦੇਸ਼ ਐਮਰਜੈਂਸੀ ਵਿੱਚ ਉਹਦੀ ਜਾਨ ਬਚਾਊਗਾ। ਇਹ ਹਰ ਸਿਟੀਜ਼ਨ ਦਾ ਭਾਵ ਆ, ਉਹਦਾ ਹੱਕ ਆ। ਔਰ ਸਾਡਾ ਪ੍ਰੀਐਮਬਲ ਵਿੱਚ ਵੀ ਇਹ ਚੀਜ਼ਾਂ ਦਿੱਤੀਆਂ ਹੋਈਆਂ ਨੇ। ਔਰ ਉਹਨਾਂ ਨੂੰ ਜੇ ਮੱਦੇਨਜ਼ਰ ਰੱਖ ਕੇ ਕੋਈ ਡਿਮਾਂਡ ਮੰਨੀ ਜਾਂਦੀ ਹੈ ਤੇ ਉਹਨੂੰ ਖਾਲਿਸਤਾਨ ਕਹਿ ਦੇਣਾ, ਇਹ ਧੱਕਾ, ਔਰ ਇਸ ਤੋਂ ਧੱਕੇ ਤੋਂ ਇਲਾਵਾ ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਸੁਖਵਿੰਦਰ।
ਸਮਝ ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬਨਾਮਾ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਗੁਰਮਿੰਦਰ ਸਿੰਘ ਸਮਦ। ਬਜਟ ਦੇ ਉੱਤੇ ਚਰਚਾ ਅੱਗੇ ਵੀ ਜਾਰੀ ਰਹੂਗੀ। ਸੰਗਰੂਰ ਇਲੈਕਸ਼ਨ ਦੇ ਨਤੀਜੇ ਜਿਹੜੇ ਨੇ ਉਹਨਾਂ ਉੱਤੇ ਵੀ ਚਰਚਾ ਦੇ ਨਵੇਂ-ਨਵੇਂ ਸਵਾਲ ਜਿਹੜੇ ਉਹ ਪੈਦਾ ਹੋ ਰਹੇ ਨੇ, ਉਸ ਉੱਤੇ ਵੀ ਗੱਲਬਾਤ ਚੱਲਦੀ ਰਹੇਗੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।